पंजाब समेत भारत के 15 सूबे मौसम विभाग ने कल तो भारी मींह की चेतावनी दी है। वधदियां कीमतां करके दुध महंगा होने करके 3 दे विचों एक भारतीय परिवार ने दुध पीना ही छड़ दिता है। मैक्सीको तो अमरीका जाण की गलत कोशिश करते 8 शरणार्थियों की बहुत ही मंदे हालातां दे विच मौत हो गई है। श्री गुरु ग्रंथ साहिब जी के सत्कार दे विच पंजाब के मुख मंत्री भगवंत सिंह मान ने एक वड्डा ऐलान किया है। तुहानूं सब नूं भी पसंद आवेगा। सूबे के 25 लाख परिवारां दा बिजली का बिल इस वारी 0 आया है। आम आदमी पार्टी तां इस खुशी नूं मना रही है, जबकि कांग्रेस प्रधान वड़िंग कह रहे हैं कि सरकार दे पल्ले नी ढेला करदी फिरदी मेला मेला। सुखबीर सिंह बादल दे ऐलान ते किसने कहा है कि डुब्बी तां जे साह ना आया। पंजाबी जोड़ा लोकां दे पुत्तां नूं नशे ते ला के करोड़ां रुपये कमा रहा सी, पर हुण फड़ लिया गया है 7 किलो हैरोइन दे नाल। एक विदेशी बंदा भारत दे विच वेचण दे लई 1300 करोड़ दी कोकीन अपने ढिड दे विच पा के लिया रहा सी, ओह भी फड़िया गया है। 3 दिनां दे विच ढिड विचों कड्ढी है। सत श्री अकाल जी दा खालस टीवी देखने वाले देश दुनिया के साडे सारे दर्शकों का बहुत बहुत स्वागत है। शनिचरवार के एमरजेंसी बुलेटिन के नाल मैं हरशरण कौर। बुलेटिन दे विच दस्सांगे तुहानूं पंजाब समेत दुनिया भर दीयां सारियां वड्डियां ताज़ा ते अहम खबरां। शुरुआत करांगे पंजाब दीयां खास खबरां तो। पंजाब दीयां खबरां दे विच सब तो पहला मौसम की गल करांगे। भारतीय मौसम विभाग ने देश दे विच सरगर्म मानसून करके अगले 4 दिनों दौरान उत्तर पश्चिमी भारत और मध्य भारत के मैदानी इलाकों के विच मींह पैण की संभावना जताई है। 4 ते 5 सितंबर नूं हिमाचल प्रदेश, पंजाब, उत्तराखंड ਅਤੇ उत्तर प्रदेश ਦੇ ਵਿੱਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਕਾਰਨ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਸਕਦੀਆਂ ਨੇ। ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ਦੇ ਵਿੱਚ ਗਰਜ, ਬਿਜਲੀ ਡਿੱਗਣ ਅਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ। ਅਗਲੀ ਖਬਰ ਦੁੱਧ ਦੇ ਨਾਲ ਜੁੜੀ ਹੋਈ ਹੈ। ਦੁੱਧ ਦਾ ਭਾਅ ਇੰਨਾ ਕੁ ਵੱਧ ਗਿਆ ਹੈ ਕਿ ਭਾਰਤ ਦੇ ਵਿੱਚ 3 ਦੇ ਵਿੱਚੋਂ ਇੱਕ ਭਾਰਤੀ ਪਰਿਵਾਰ ਨੇ ਦੁੱਧ ਪੀਣਾ ਹੀ ਬੰਦ ਕਰ ਦਿੱਤਾ ਹੈ। ਦੁੱਧ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੀਤੇ ਗਏ ਸਰਵੇ ਦੇ ਵਿੱਚ ਇਹ ਤੱਥ ਸਾਹਮਣੇ ਆਏ ਨੇ। ਸਰਵੇ ਦੇਸ਼ ਭਰ ਦੇ 311 ਜ਼ਿਲ੍ਹਿਆਂ ਦੇ ਵਿੱਚ 21000 ਪਰਿਵਾਰਾਂ ਤੇ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 69% ਪੁਰਸ਼ ਸਨ। ਜ਼ਿਆਦਾਤਰ ਭਾਰਤੀ ਘਰਾਂ ਦੇ ਵਿੱਚ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ, ਦਹੀਂ, ਮੱਖਣ, ਘਿਓ ਇਹਨਾਂ ਸਭ ਦੀ ਸਭ ਤੋਂ ਵੱਧ ਖਪਤ ਹੁੰਦੀ ਹੈ। ਅਮਰੀਕਾ ਦੇ ਖੇਤੀਬਾੜੀ ਵਿਭਾਗ ਦੀ ਸਾਲਾਨਾ ਰਿਪੋਰਟ ਦੇ ਮੁਤਾਬਿਕ ਭਾਰਤ ਨਾ ਸਿਰਫ ਸਭ ਤੋਂ ਵੱਡਾ ਦੁੱਧ ਉਤਪਾਦਕ ਹੈ, ਬਲਕਿ ਦੁੱਧ ਅਤੇ ਦੁੱਧ ਦੇ ਉਤਪਾਦਾਂ ਦਾ ਸਭ ਤੋਂ ਵੱਡਾ ਖਪਤਕਾਰ ਵੀ ਹੈ। पर सर्वे दसदा जिहड़ा वो सचमुच चिंताजनक है, आपां कह सकते हैं तरसयोग भी है, क्योंकि दुध दे वधे हुए भाव करके लोग दुध पीना बंद कर रहे हैं। जबकि डॉक्टरी विज्ञान जिहड़ा ये कहता है कि दुध पीना एक इंसान दे लई एक उम्र दे वक्फे तक बड़ा ही जरूरी हुंदा है, हड्डियां दे लई बड़ा जरूरी हुंदा है। पर यह सच्चाई है कि दुध है जिहड़ा ओहदा भाव छाला मार के वध रहा है ते दुध तो बनिया घिओ एक महंगा पदार्थ है। देसी घिओ है जिहड़ा ਉਹ ਤਾਂ ਸਾਰੇ ਲੋਕਾਂ ਨੂੰ ਨਸੀਬ ਹੀ ਨਹੀਂ ਹੁੰਦਾ। ਜਿਹੜੇ ਗਰੀਬ ਪਰਿਵਾਰ ਹੁੰਦੇ ਨੇ ਉਹ ਤਾਂ ਕਦੇ ਕਦਾਈ ਵਿਚਾਰੇ ਘਿਓ ਖਾ ਸਕਦੇ ਨੇ। ਇੰਨੀ ਮਹਿੰਗਾਈ ਹੈ ਜਿਹੜੀ ਉਹ ਹੋ ਰਹੀ ਹੈ, ਦੁੱਧ ਪੀਣਾ ਹੀ ਉਹਨਾਂ ਦੇ ਲਈ ਮੁਸ਼ਕਿਲ ਹੈ ਤਾਂ ਘਿਓ ਖਾਣਾ ਤਾਂ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੋਇਆ ਪਿਆ। ਅਗਲੀ ਖਬਰ ਵੀ ਚਿੰਤਾ ਵਾਲੀ ਹੈ, ਖਾਸ ਕਰਕੇ ਉਹਨਾਂ ਲੋਕਾਂ ਦੇ ਨਾਲ ਜੁੜੀ ਹੋਈ ਹੈ ਜਿਹੜੇ ਚੰਗੇ ਜੀਵਨ ਦੀ ਆਸ ਵਿੱਚ, ਚੰਗੀ ਜ਼ਿੰਦਗੀ ਦੀ ਆਸ ਵਿੱਚ ਬਾਹਰ ਜਾਣਾ ਲੋਚਦੇ ਨੇ, ਬਾਹਰ ਜਾਣਾ ਚਾਹੁੰਦੇ ਨੇ, ਪਰ ਮਾੜੇ ਆਰਥਿਕ ਹਾਲਾਤਾਂ ਕਰਕੇ ਜਾਂ ਫਿਰ ਯੋਗ ਨਾ ਹੋਣ ਕਰਕੇ ਉਹ ਗਲਤ ਰਾਹ ਅਪਣਾ ਲੈਂਦੇ ਨੇ। ਅਮਰੀਕਾ ਦੇ ਟੈਕਸਾਸ ਸੂਬੇ ਦੇ ਈਗਲ ਪਾਸ ਤੇ ਅਤ ਖਤਰਨਾਕ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਰੀਓ ਗ੍ਰਾਂਡੇ ਦੇ ਵਿੱਚ ਘੱਟੋ ਘੱਟ 8 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਨੇ। ਇਹ ਲਾਸ਼ਾਂ ਵੀਰਵਾਰ ਨੂੰ ਯੂਐਸ ਕਸਟਮਸ ਐਂਡ ਬਾਰਡਰ ਡਿਫੈਂਸ ਅਤੇ ਮੈਕਸੀਕਨ ਅਧਿਕਾਰੀਆਂ ਨੂੰ ਮਿਲੀਆਂ ਨੇ। ਭਾਰੀ ਮੀਂਹ ਤੋਂ ਬਾਅਦ ਲੋਕਾਂ ਦੇ ਵੱਡੇ ਗਰੁੱਪ ਨੇ ਇਲਾਕੇ ਦੇ ਵਿੱਚੋਂ ਲੰਘਦੀ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੀਬੀਪੀ ਦੇ ਬਿਆਨ ਦੇ ਮੁਤਾਬਿਕ ਯੂਐਸ ਅਧਿਕਾਰੀਆਂ ਨੂੰ 6 ਜਣਿਆਂ ਦੀਆਂ ਲਾਸ਼ਾਂ ਮਿਲੀਆਂ ਨੇ, ਜਦਕਿ ਮੈਕਸੀਕਨ ਟੀਮ ਨੇ 2 ਹੋਰ ਲਾਸ਼ਾਂ ਬਰਾਮਦ ਕੀਤੀਆਂ ਤੇ ਕੁੱਲ 8 ਜਣਿਆਂ ਦੀ ਮੌਤ ਹੋ ਗਈ। ਅਮਰੀਕੀ ਅਧਿਕਾਰੀਆਂ ਨੇ ਨਦੀ ਵਿੱਚੋਂ 37 ਹੋਰ ਲੋਕਾਂ ਨੂੰ ਕੱਢਿਆ, 16 ਸ਼ਰਨਾਰਥੀਆਂ ਨੂੰ ਹਿਰਾਸਤ ਵਿੱਚ ਵੀ ਲਿਆ, ਜਦਕਿ ਮੈਕਸੀਕਨ ਅਧਿਕਾਰੀਆਂ ਨੇ 39 ਸ਼ਰਨਾਰਥੀਆਂ ਨੂੰ ਹਿਰਾਸਤ ਵਿੱਚ ਲਿਆ। ਸੀਬੀਪੀ ਨੇ ਇਹ ਨਹੀਂ ਦੱਸਿਆ ਕਿ ਸ਼ਰਨਾਰਥੀ ਕਿਹੜੇ ਦੇਸ਼ ਦੇ ਸਨ। ਬਚਾਅ ਤੇ ਖੋਜ ਮੁਹਿੰਮ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ। ਇੰਨਾ ਜ਼ਰੂਰ ਪਤਾ ਲੱਗਿਆ ਕਿ 8 ਜਣਿਆਂ ਦੀ ਮੌਤ ਹੋ ਚੁੱਕੀ ਹੈ। ਇੱਕ ਦਿਨ ਪਹਿਲਾਂ ਵੀ ਆਪਾਂ ਖਬਰ ਸੁਣਾਈ ਸੀ ਕਿ 100 ਜਣਿਆਂ ਦਾ ਗਰੁੱਪ ਹੈ ਜਿਹੜਾ ਉਸਨੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੀ ਸਰਹੱਦ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਸਾਰੇ ਫੜੇ ਗਏ ਤੇ ਉਹਨਾਂ ਦੇ ਵਿੱਚੋਂ 17 ਭਾਰਤੀ ਵੀ ਸਨ। ਉਹਨਾਂ 17 ਦੇ ਵਿੱਚੋਂ ਪੰਜਾਬੀ ਕਿੰਨੇ ਹੋਣਗੇ ਇਹ ਜਾਣਕਾਰੀ ਨਹੀਂ ਮਿਲ ਸਕੀ ਹੈ। ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਵਿੱਚ ਇੱਕ ਵੱਡਾ ਫੈਸਲਾ ਲਿਆ ਹੈ, ਜਿਸ ਦੀ ਜਾਣਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਦੇ ਵਿੱਚ ਉਹ
ਉਹ ਸਾਰੇ ਵਾਹਨ ਜਿਹੜੇ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲੈ ਕੇ ਜਾਂਦੇ ਨੇ, ਯਾਨੀ ਕਿ ਪਾਲਕੀ ਸਾਹਿਬ ਨੂੰ ਸਮਰਪਿਤ ਜਿਹੜੇ ਸਰੂਪ ਹੁੰਦੇ ਨੇ, ਉਹਨਾਂ ਸਾਰਿਆਂ ਦਾ ਟੈਕਸ ਮਾਫ ਕਰ ਦਿੱਤਾ ਗਿਆ। ਇਹਨਾਂ ਵਾਹਨਾਂ ਤੇ ਕਿਸੇ ਵੀ ਕਿਸਮ ਦਾ ਟੈਕਸ ਨਹੀਂ ਲੱਗੇਗਾ। ਇਹਨਾਂ ਸਾਰਿਆਂ ਨੂੰ ਹਰ ਕਿਸਮ ਦੇ ਟੈਕਸ ਤੋਂ ਛੋਟ ਦੇਣ ਦਾ ਐਲਾਨ ਪੰਜਾਬ ਸਰਕਾਰ ਨੇ ਕੀਤਾ ਹੈ। ਇਹ ਵੀ ਤੁਹਾਨੂੰ ਸਾਫ਼ ਕਰ ਦਿੰਨੇ ਆ ਥੋੜਾ ਜਿਹਾ ਕਿ ਇੱਕ ਤਾਂ ਹੁੰਦਾ ਕਿ ਜਿਹੜੇ ਵਾਹਨ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਏ ਜਾਣਗੇ, ਜਿਹੜੇ ਵੀ ਵਾਹਨ ਦੇ ਵਿੱਚ ਜਦੋਂ ਆਮ ਤੌਰ ਤੇ ਕੋਈ ਵੀ ਵਿਅਕਤੀ ਆਪਣੇ ਘਰ ਦੇ ਵਿੱਚ ਅਖੰਡ ਪਾਠ ਜਾਂ ਫਿਰ ਸਹਿਜ ਪਾਠ ਆਰੰਭ ਕਰਵਾਉਂਦਾ ਹੈ ਤਾਂ ਜਿਹੜੇ ਵਾਹਨ ਦੇ ਵਿੱਚ ਸਰੂਪ ਨੂੰ ਰੱਖ ਕੇ ਲਿਆਂਦਾ ਜਾਂਦਾ ਹੈ, ਉਸ ਦਾ ਜਿਹੜਾ ਟੈਕਸ ਹੈ ਉਹ ਮਾਫ ਨਹੀਂ ਕੀਤਾ ਗਿਆ। ਇਹ ਸਿਰਫ ਟੈਕਸ ਉਹਨਾਂ ਦਾ ਮਾਫ ਹੈ ਜਿਹੜੇ ਫੁੱਲੀ ਤੌਰ ਤੇ ਪੂਰੀ ਤਰ੍ਹਾਂ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸਮਰਪਿਤ ਹੁੰਦੇ ਨੇ। ਇਹਨਾਂ ਨੂੰ ਪਾਲਕੀ ਵਾਲੇ ਵਾਹਨ ਕਿਹਾ ਜਾਂਦਾ ਹੈ। ਖਾਸ ਤੌਰ ਤੇ ਬੱਸਾਂ ਹੁੰਦੀਆਂ ਨੇ, ਜਦੋਂ ਨਗਰ ਕੀਰਤਨ ਹੁੰਦੇ ਨੇ ਤਾਂ ਪਾਲਕੀ ਵਾਲੀਆਂ ਬੱਸਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਸੁਸ਼ੋਭਿਤ ਕੀਤਾ ਜਾਂਦਾ ਹੈ ਤੇ ਬੱਸਾਂ ਖਾਸ ਤੌਰ ਤੇ ਗੁਰੂ ਸਾਹਿਬ ਦੇ ਸਰੂਪ ਰੱਖਣ ਲਈ ਹੀ ਡਿਜ਼ਾਈਨ ਕਰਵਾਈਆਂ ਗਈਆਂ ਹੁੰਦੀਆਂ ਨੇ। ਬਾਹਰੋਂ ਬੱਸ ਵਾਂਗੂ ਲੱਗਦਾ ਪਰ ਅੰਦਰਲਾ ਜਿਹੜਾ ਇੰਟੀਰੀਅਰ ਹੈ ਉਹ ਉਸੇ ਤਰੀਕੇ ਦੇ ਨਾਲ ਡਿਜ਼ਾਈਨ ਕਰਵਾਇਆ ਹੁੰਦਾ। ਸੋ ਉਹਨਾਂ ਵਾਹਨਾਂ ਦਾ ਜਿਹੜਾ ਟੈਕਸ ਹੈ ਉਹ ਮਾਫ ਕੀਤਾ ਗਿਆ। ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਦਾਅਵਾ ਕੀਤਾ ਹੈ ਕਿ ਇਸ ਵਾਰੀ ਸਰਕਾਰ ਦੇ ਵੱਲੋਂ 300 ਯੂਨਿਟ ਪ੍ਰਤੀ ਮਹੀਨਾ ਦਿੱਤੀ ਗਈ ਬਿਜਲੀ ਦੀ ਛੋਟ ਕਰਕੇ ਸੂਬੇ ਦੇ 25 ਲੱਖ ਘਰੇਲੂ ਖਪਤਕਾਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਏ ਨੇ। ਮੰਤਰੀ ਨੇ ਕਿਹਾ ਕਿ ਪਹਿਲੀ ਵਾਰੀ ਹੈ ਕਿ ਸਰਕਾਰ ਸ਼ੁਰੂਆਤੀ ਸਾਲ ਦੇ ਵਿੱਚ ਹੀ ਆਪਣੇ ਚੋਣ ਵਾਅਦੇ ਪੂਰੇ ਕਰ ਰਹੀ ਹੈ, ਨਹੀਂ ਤਾਂ ਸਰਕਾਰਾਂ ਨਿੱਕੇ-ਨਿੱਕੇ ਚੋਣ ਵਾਅਦੇ ਆਪਣੀ ਸੱਤਾ ਦੇ ਆਖਰੀ ਸਾਲ ਵਿੱਚ ਹੀ ਮਸਾਂ ਮਰਦੀਆਂ ਢਹਿੰਦੀਆਂ ਪੂਰੇ ਕਰਦੀਆਂ ਹੁੰਦੀਆਂ। ਉਹਨਾਂ ਦਾਅਵਾ ਕੀਤਾ ਕਿ ਬਿਜਲੀ ਮਾਫੀ ਦੇ ਵਿੱਚ ਕੋਈ ਵੀ ਜਾਤ ਧਰਮ ਨਾਲ ਵਿਤਕਰਾ ਨਹੀਂ ਕੀਤਾ ਗਿਆ। ਹਰੇਕ ਘਰ ਜੋ 600 ਯੂਨਿਟ ਤੱਕ ਬਿਜਲੀ ਦੀ ਖਪਤ ਕਰੇਗਾ ਉਹਦਾ ਬਿਜਲੀ ਦਾ ਬਿੱਲ ਜ਼ੀਰੋ ਆਵੇਗਾ ਤੇ ਆਇਆ ਵੀ ਹੈ। ਇਸ ਤੋਂ ਵੱਧ ਜੋ ਬਿਜਲੀ ਵਰਤੂਗਾ ਉਹਨੂੰ ਬਿਜਲੀ ਬਿੱਲ ਦੇਣਾ ਹੀ ਪਊਗਾ। ਮੰਤਰੀ ਨੇ ਦੱਸਿਆ ਕਿ ਲੰਘੇ ਦਿਨ ਤੱਕ ਕੁੱਲ 72 ਲੱਖ ਘਰੇਲੂ ਖਪਤਕਾਰਾਂ ਵਿੱਚੋਂ 42 ਲੱਖ ਖਪਤਕਾਰਾਂ ਨੂੰ ਬਿੱਲ ਭੇਜ ਦਿੱਤਾ ਗਿਆ ਸੀ, ਜਿਨ੍ਹਾਂ ਵਿੱਚੋਂ 25 ਲੱਖ ਦਾ ਬਿੱਲ ਜ਼ੀਰੋ ਆਇਆ ਹੈ। 25 ਲੱਖ ਪਰਿਵਾਰਾਂ ਦਾ 34 ਲੱਖ ਪਰਿਵਾਰਾਂ ਨੂੰ 3 ਰੁਪਏ ਪ੍ਰਤੀ ਯੂਨਿਟ ਦੇ ਨਾਲ ਰਿਆਇਤੀ ਬਿਜਲੀ ਯਾਨੀ ਕਿ ਸਸਤੀ ਬਿਜਲੀ ਦਾ ਲਾਭ ਵੀ ਮਿਲਿਆ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਜੇ ਤੁਹਾਨੂੰ ਪਤਾ ਥੋੜੀ ਗਰਮੀ ਆ, ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ 85% ਲੋਕਾਂ ਦੇ ਬਿਜਲੀ ਦੇ ਬਿੱਲ ਜਿਹੜੇ ਆ ਉਹ ਜ਼ੀਰੋ। ਇਹਦੇ ਵਿੱਚ ਜਨਰਲ ਕੈਟਾਗਰੀ ਵੀ ਵਿੱਚ ਹੋਏਗੀ ਸਾਰੇ। ਦੇਖੋ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਗਿਆ, ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਗਿਆ। 600 ਯੂਨਿਟ ਜਿਹੜਾ ਆ ਹਰ ਘਰ ਨੂੰ ਬਿਨਾਂ ਕਿਸੇ ਵਿਤਕਰੇ ਦੇ 2 ਮਹੀਨੇ। ਪੰਜਾਬ ਦੇ ਵਿੱਤ ਯੋਜਨਾ ਆਬਕਾਰੀ ਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਨੇ ਇਸ ਹਫ਼ਤੇ 3 ਉੱਚ ਸਿੱਖਿਆ ਸੰਸਥਾਵਾਂ ਦੇ ਲਈ 15 ਕਰੋੜ ਰੁਪਏ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਯੂਨੀਵਰਸਿਟੀ ਆਫ ਲਾਅ ਕੈਰੋ ਤਰਨਤਾਰਨ ਨੂੰ ਸਾਰੀ ਕਾਰਜਾਂ ਲਈ 6 ਕਰੋੜ 75 ਲੱਖ ਰੁਪਏ, IIM ਅੰਮ੍ਰਿਤਸਰ ਨੂੰ 1 ਕਰੋੜ 71 ਲੱਖ ਰੁਪਏ ਤੇ ਡਾਕਟਰ BR ਅੰਬੇਡਕਰ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਮੋਹਾਲੀ ਨੂੰ 6 ਕਰੋੜ 50 ਲੱਖ ਰੁਪਏ ਦੀ ਬਕਾਇਆ ਰਾਸ਼ੀ ਇੱਕ ਮੁਸ਼ਤ ਰਕਮ ਦੇ ਵਜੋਂ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇੱਕ ਪਰਿਵਾਰ ਇੱਕ ਟਿਕਟ ਦੇ ਨਵੇਂ ਐਲਾਨ ਤੇ ਹੁਣ ਵਿਰੋਧੀਆਂ ਨੇ ਤੰਜ ਕੱਸਣੇ ਸ਼ੁਰੂ ਕਰ ਦਿੱਤੇ ਨੇ। ਪੰਜਾਬ ਕਾਂਗਰਸ ਦੇ ਇੱਕ ਵਿਧਾਇਕ ਸੁਖਪਾਲ ਸਿੰਘ ਖਹਿਰਾ ਜਿਹੜੇ ਕਿ ਆਲ ਇੰਡੀਆ ਕਿਸਾਨ ਕਾਂਗਰਸ ਦੇ ਵੀ ਚੇਅਰਮੈਨ ਨੇ, ਉਹਨਾਂ ਨੇ ਸੁਖਬੀਰ ਬਾਦਲ ਦੇ ਇਸ ਐਲਾਨ ਤੇ ਕਿਹਾ ਕਿ ਬਾਦਲ ਪਰਿਵਾਰ ਨੂੰ ਅਕਾਲੀ ਦਲ ਤੇ ਸਿਰਫ ਆਪਣੇ ਪਰਿਵਾਰ ਦਾ ਕਬਜ਼ਾ ਕਰਨ ਦੇ ਵਿੱਚ ਪੂਰੇ 25 ਸਾਲ ਲੱਗੇ। ਪਹਿਲਾਂ ਪਿਓ, ਫਿਰ ਪੁੱਤ ਦੀ ਪਤਨੀ, ਸਾਲਾ, ਜੀਜਾ, ਕਹਿੰਦੇ ਸਾਰੇ ਤਾਂ ਸਿਆਸਤ ਦੇ ਵਿੱਚ ਇਹਨਾਂ ਨੇ ਆਪਣੇ ਪਰਿਵਾਰ ਦੇ ਵਾੜ ਲਏ ਤੇ ਹੁਣ ਤੁਸੀਂ ਕਿਵੇਂ ਇਹ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਿਯਮਾਂ ਨੂੰ ਮੰਨਣ ਅਤੇ ਤੁਹਾਡੀਆਂ ਇਹਨਾਂ ਨਵੀਆਂ ਨੀਤੀਆਂ ਤੇ ਯਕੀਨ ਕਰਨ। ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਤੇ ਤੰਜ ਕੱਸਦਿਆਂ ਕਿਹਾ ਕਿ ਬਿਨਾਂ ਸ਼ੱਕ ਸੁਖਬੀਰ ਬਾਦਲ ਨੇ ਇੱਕ ਤਰੀਕੇ ਨਾਲ ਬੜੀ ਹੁਸ਼ਿਆਰੀ ਤੋਂ ਕੰਮ ਲੈਂਦਿਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹੋਈ ਨਮੋਸ਼ੀਜਨ ਖਾਰ ਦੇ ਕਾਰਨਾਂ ਦੀ ਸਮੀਖਿਆ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਨਰ ਉਥਾਨ ਦੇ ਲਈ ਸੁਝਾਅ ਦੇਣ ਵਾਸਤੇ ਬਣਾਈ ਗਈ ਬਹੁਤ ਚਰਚਿਤ ਝੁੰਦਾ ਕਮੇਟੀ ਦਾ ਬਿਨਾਂ ਕੀਰਤਨ ਸੋਹਿਲਾ ਪੜੇ ਹੀ ਰਸਮੀ ਤੌਰ ਤੇ ਭੋਗ ਪਾ ਦਿੱਤਾ ਹੈ। ਤਿੱਖੀ ਜਿਹੜੀ ਸ਼ਬਦਾਵਲੀ ਵਰਤਦਿਆਂ ਇਹਨਾਂ ਨੇ ਕਿਹਾ ਕਿ ਮੈਨੂੰ ਪੂਰਾ ਪੱਕਾ ਪਤਾ ਲੱਗਿਆ ਕਿ ਕਮੇਟੀ ਦੀ ਸਭ ਤੋਂ ਮੁੱਢਲੀ ਤੇ ਅਤ ਗੰਭੀਰ ਸਿਫਾਰਿਸ਼ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਿਖਰਲੀ ਲੀਡਰਸ਼ਿਪ ਦੇ ਵਿੱਚ ਤਬਦੀਲੀ ਕਰਨ ਦੀ ਸੀ, ਜਿਸ ਨੂੰ ਸੁਖਬੀਰ ਸਿੰਘ ਬਾਦਲ ਨਾ ਸੁਣਨ ਲਈ ਤਿਆਰ ਹਨ ਤੇ ਨਾ ਹੀ ਕਿਸੇ ਸੂਰਤ ਵਿੱਚ ਮੰਨਣ ਲਈ ਤਿਆਰ ਨੇ। ਕਹਿੰਦੇ ਇਸ ਵਰਤਾਰੇ ਤੇ ਪੰਜਾਬੀ ਦੀ ਕਹਾਵਤ ਖੂਬ ਟੁਕਦੀ ਹੈ, ਡੁੱਬੀ ਤਾਂ ਜੇ ਸਾਹ ਨਾ ਆਇਆ। ਇਸ ਲਈ ਕਹਿੰਦੇ ਬਾਕੀ ਦੀਆਂ ਰਸਮੀ ਜਥੇਬੰਦਕ ਤਬਦੀਲੀਆਂ ਦੇ ਐਲਾਨ ਕਰਨੇ ਤਾਂ ਬੇਮਾਇਨੇ ਨੇ। ਜੋ ਐਲਾਨ ਸੁਣਨ ਦੇ ਲਈ ਕਹਿੰਦੇ ਸਾਰਾ ਪੰਜਾਬ ਟਿਕਟਕੀ ਲਾਈ बैठा वो तो किधरे सुनाई नहीं दे रहा। फैज अहमद फैज का एक शेयर उन्होंने साझा किया है, वो बात सारे फसाने में जिसका जिक्र ना था वो बात उनको बहुत नागवार गुजरी है।
ਕਹਿੰਦੇ ਬੜੇ ਅਫਸੋਸ ਦੀ ਗੱਲ ਹੈ ਕਿ ਇਹ ਰਮਜ਼ ਸੁਖਬੀਰ ਸਿੰਘ ਬਾਦਲ ਜਾਂ ਸਮੁੱਚੇ ਬਾਦਲ ਪਰਿਵਾਰ ਨੂੰ ਕਿਉਂ ਨਹੀਂ ਸਮਝ ਆ ਰਹੀ ਕਿ ਸਿੱਖ ਕੌਮ ਦੀ ਨਾਰਾਜ਼ਗੀ ਸ਼੍ਰੋਮਣੀ ਅਕਾਲੀ ਦਲ ਨਾਲ ਨਹੀਂ ਹੈ, ਸਗੋਂ ਪੂਰੇ ਬਾਦਲ ਪਰਿਵਾਰ ਦੇ ਨਾਲ ਹੈ। ਅਖੀਰ ਤੇ ਉਹਨਾਂ ਨੇ ਕਿਹਾ ਕਿ ਮੈਂ ਬੜੇ ਦੁੱਖ ਦੇ ਨਾਲ ਤੇ ਚਿੰਤਾ ਨਾਲ ਕਹਿਣਾ ਚਾਹੁੰਦਾ ਕਿ ਜੇ ਆਉਣ ਵਾਲੇ 10 ਸਾਲਾਂ ਦੇ ਵਿੱਚ ਵੀ ਇਹੀ ਹਾਲ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਨਵੀਆਂ ਪੀੜ੍ਹੀਆਂ ਦੇ ਚੇਤਿਆਂ ਚੋਂ ਵੀ ਵਿਸਰ ਜਾਊਗਾ। ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਦੇ ਪੰਨਿਆਂ ਵਿੱਚ ਇੱਕ ਕਾਲੇ ਪੰਨੇ ਦੇ ਵਾਂਗ ਸਦਾ ਲਈ ਲਿਖੀ ਜਾਊਗੀ, ਇਹ ਉਹਨਾਂ ਨੇ ਦਾਅਵਾ ਕੀਤਾ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲਏ ਜਾਂਦੇ ਮਹੀਨਾਵਾਰ ਕਰਜ਼ੇ ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਜੇ ਅਗਸਤ ਮਹੀਨੇ ਦੇ ਵਿੱਚ 3000 ਕਰੋੜ ਦਾ ਕਰਜ਼ਾ ਲੈਣ ਤੋਂ ਬਾਅਦ ਵੀ ਸਰਕਾਰ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਨਹੀਂ ਦੇ ਪਾ ਰਹੀ ਤਾਂ ਸੂਬੇ ਦੇ ਵਿੱਤੀ ਹਾਲਾਤ ਬਹੁਤ ਹੀ ਖਰਾਬ ਨੇ। ਕਹਿੰਦੇ ਸਰਕਾਰ ਦੇ ਪੱਲੇ ਨਹੀਂ ਢੇਲਾ ਕਰਦੀ ਫਿਰਦੀ ਹੈ ਮੇਲਾ। ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੇਸ਼ੀ ਭੁਗਤੀ। ਹਾਲਾਂਕਿ ਇਸ ਕੇਸ ਦੇ ਮਸਲੇ ਤੇ ਸੁਖਬੀਰ ਬਾਦਲ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਤਰਨਤਾਰਨ ਦੇ ਵਿੱਚ ਵਾਪਰੀ ਘਟਨਾ ਦੀ ਨਿੰਦਿਆ ਕਰਦਿਆਂ ਸੁਖਬੀਰ ਨੇ ਆਪਣੇ ਵੱਲੋਂ ਪਾਰਟੀ ਹਿੱਤ ਵਿੱਚ ਲਏ ਸਾਰੇ ਫੈਸਲਿਆਂ ਨੂੰ ਸਹੀ ਦੱਸਦਿਆਂ ਦਾਅਵਾ ਕੀਤਾ ਕਿ ਪਾਰਟੀ ਵਿੱਚੋਂ ਪਰਿਵਾਰਵਾਦ ਦੇ ਖਾਤਮੇ ਦੇ ਨਾਲ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਮੁੜ ਜ਼ਰੂਰ ਉਭਰੇਗੀ। ਦੂਸਰੇ ਪਾਸੇ ਜਿਹੜੇ ਪਟੀਸ਼ਨ ਕਰਤਾ ਹੈਗੇ ਨੇ ਬਲਵੰਤ ਸਿੰਘ ਖੇੜਾ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਦਾ ਇਲਜ਼ਾਮ ਲਾ ਕੇ ਪਟੀਸ਼ਨ ਪਾਈ ਹੈ, ਉਹਨਾਂ ਕਿਹਾ ਕਿ ਮੈਨੂੰ ਅਦਾਲਤ ਤੇ ਪੂਰਾ ਭਰੋਸਾ ਹੈ, ਮਾਣਯੋਗ ਅਦਾਲਤ ਦੋਹਰੇ ਸੰਵਿਧਾਨ ਨੂੰ ਲੈ ਕੇ ਬਾਦਲ ਪਰਿਵਾਰ ਨੂੰ ਧੋਖਾਧੜੀ ਦੀ ਸਜ਼ਾ ਜ਼ਰੂਰ ਦੇਵੇਗੀ ਤੇ ਇਹ ਸਾਰੇ ਵੀ ਲਾਲੂਆਂ ਤੇ ਚੌਟਾਲਿਆਂ ਵਾਂਗੂ ਜੇਲ੍ਹ ਜਾਣਗੇ। ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਅਤੇ ਸੁਖਬੀਰ ਸਿੰਘ ਬਾਦਲ ਦੇ ਚਚੇਰੇ ਭਰਾ ਮਨਪ੍ਰੀਤ ਸਿੰਘ ਬਾਦਲ ਨੇ ਆਪਣੇ ਖਿਲਾਫ ਕੇਸ ਦਰਜ ਹੋਣ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਮਨਪ੍ਰੀਤ ਨੇ ਟਵੀਟ ਕਰਕੇ ਕਿਹਾ ਕਿ ਮੇਰੇ ਖਿਲਾਫ ਕੋਈ ਪਰਚਾ ਨਹੀਂ ਹੋਇਆ। ਦਰਅਸਲ ਲੰਘੇ ਦਿਨੀ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਰੁੱਧ ਕੇਸ ਦਰਜ ਹੋਣ ਨੂੰ ਲੈ ਕੇ ਇੱਕ ਨਿੱਜੀ ਨਿਊਜ਼ ਚੈਨਲ ਦੇ ਵਿੱਚ ਖਬਰ ਛਪੀ ਸੀ, ਜਿਸ ਤੇ ਮਨਪ੍ਰੀਤ ਬਾਦਲ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਇਹ ਸਾਰੀਆਂ ਝੂਠੀਆਂ ਖਬਰਾਂ ਨੇ। ਉਹਨਾਂ ਇਹ ਵੀ ਕਿਹਾ ਕਿ ਮੈਂ ਅਜਿਹੇ ਵੱਡੇ ਮੀਡੀਆ ਅਦਾਰਿਆਂ ਤੋਂ ਅਜਿਹੀਆਂ ਗਲਤ ਖਬਰਾਂ ਦੀ ਉਮੀਦ ਨਹੀਂ ਕਰਦਾ। ਕਹਿੰਦੇ ਮੈਂ ਆਪਣੇ ਵਕੀਲਾਂ ਨਾਲ ਗੱਲ ਕਰ ਰਿਹਾ ਤਾਂ ਜੋ ਗਲਤ ਖਬਰ ਚਲਾਉਣ ਵਾਲੇ ਚੈਨਲ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਹਾਲਾਂਕਿ ਬਾਅਦ ਵਿੱਚ ਨਿੱਜੀ ਚੈਨਲ ਨੇ ਮਨਪ੍ਰੀਤ ਬਾਦਲ ਤੋਂ ਮਾਫੀ ਮੰਗਦਿਆਂ ਇਹਨਾਂ ਦੇ ਖਿਲਾਫ ਕੋਈ ਵੀ ਕੇਸ ਦਰਜ ਨਾ ਹੋਣ ਦਾ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਸਾਨੂੰ ਗਲਤ ਖਬਰ ਚਲਾਉਣ ਦੇ ਲਈ ਖੇਦ ਹੈ। ਨਿੱਜੀ ਚੈਨਲ ਦੇ ਵੱਲੋਂ ਮੰਗੀ ਗਈ ਮਾਫੀ ਤੋਂ ਬਾਅਦ ਮਨਪ੍ਰੀਤ ਬਾਦਲ ਨੇ ਚੈਨਲ ਖਿਲਾਫ ਕਾਰਵਾਈ ਨਾ ਕਰਨ ਦੇ ਲਈ ਆਪਣੇ ਵਕੀਲਾਂ ਨੂੰ ਕਾਨੂੰਨੀ ਨੋਟਿਸ ਵਾਪਸ ਲੈਣ ਦੇ ਲਈ ਕਿਹਾ, ਇਹ ਵੀ ਉਹਨਾਂ ਨੇ ਟਵੀਟ ਕਰਕੇ ਦੱਸਿਆ। ਦਰਅਸਲ ਲੰਘੇ ਦਿਨੀ ਬੀਜੇਪੀ ਦੇ ਲੀਡਰ ਬਠਿੰਡਾ ਤੋਂ ਸਰੂਪਚੰਦ ਸਿੰਗਲਾ ਨੇ ਕਾਂਗਰਸ ਦੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਗੰਭੀਰ ਦੋਸ਼ ਲਾਏ ਸੀ। ਉਹਨਾਂ ਕਿਹਾ ਕਿ ਮੈਂ ਮਨਪ੍ਰੀਤ ਬਾਦਲ ਤੇ ਉਸਦੇ ਰਿਸ਼ਤੇਦਾਰ ਜੇਜੀ ਦੇ ਖਿਲਾਫ ਸ਼ਿਕਾਇਤ ਕੀਤੀ ਹੋਈ ਹੈ ਤੇ ਮੈਨੂੰ ਪਤਾ ਇਹ ਵੀ ਲੱਗਿਆ ਹੁਣ ਕਿ ਇਹਨਾਂ ਖਿਲਾਫ ਤਾਂ ਕੇਸ ਵੀ ਦਰਜ ਹੋ ਚੁੱਕਿਆ, ਜੋ ਕਿ ਵਧੀਆ ਗੱਲ ਹੈ। ਸੋ ਇਹਨਾਂ ਦੇ ਬਿਆਨ ਦੇ ਆਧਾਰ ਦੇ ਉੱਤੇ ਹੀ ਕੁਝ ਚੈਨਲਾਂ ਤੇ ਅਖਬਾਰਾਂ ਨੇ ਇਹ ਖਬਰ ਚਲਾ ਦਿੱਤੀ ਸੀ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਸੂਬਾ ਆਧਾਰਿਤ ਘੱਟ ਗਿਣਤੀ ਦਰਜੇ ਦੇਣ ਦਾ ਵਿਰੋਧ ਕੀਤਾ ਹੈ। ਕੈਪਟਨ ਨੇ ਕਿਹਾ ਕਿ ਕੌਮੀ ਪੱਧਰ ਤੇ ਹੋਣਾ ਚਾਹੀਦਾ, ਇਸ ਲਈ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਵੀ ਲਿਖੀ ਹੈ। ਕੈਪਟਨ ਨੇ ਕਿਹਾ ਕਿ ਸੂਬਾ ਪੱਧਰ ਤੇ ਘੱਟ ਗਿਣਤੀ ਦੇ ਦਰਜੇ ਦੇ ਗੰਭੀਰ ਸਮਾਜਿਕ ਅਤੇ ਸਿਆਸੀ ਪ੍ਰਭਾਵ ਦੇ ਨਾਲ ਮਾੜੇ ਤਕਨੀਕੀ ਪ੍ਰਭਾਵ ਤੇ ਕਾਨੂੰਨੀ ਮਾੜੇ ਪ੍ਰਭਾਵ ਵੀ ਪੈ ਸਕਦੇ ਨੇ। ਇਸ ਨਾਲ ਸਮਾਜ ਦੇ ਵਿੱਚ ਵਿਵਾਦ ਤੇ ਅਸ਼ਾਂਤੀ ਪੈਦਾ ਹੋ ਸਕਦੀ ਹੈ। ਪੰਜਾਬ ਦੇ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਵਿੱਚ ਨਾ ਰੱਖਣ ਦੇ ਲਈ ਦਰਅਸਲ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਨੇ ਦਲੀਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਸਿੱਖ ਘੱਟ ਗਿਣਤੀ ਵਿੱਚ ਨਹੀਂ ਹਨ, ਇਸ ਕਰਕੇ ਪੰਜਾਬ ਨੂੰ ਸੂਬਾ ਪੱਧਰ ਤੇ ਘੱਟ ਗਿਣਤੀ ਰਾਜ ਹੈ ਜਿਹੜਾ ਉਹ ਨਹੀਂ ਦੱਸਿਆ ਜਾ ਸਕਦਾ। ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਚੌੜੀ ਚਿੱਠੀ ਦੇ ਵਿੱਚ ਲਿਖਿਆ ਹੈ ਪ੍ਰਧਾਨ ਮੰਤਰੀ ਨੂੰ ਕਿ ਮੈਨੂੰ ਯਕੀਨ ਹੈ ਕਿ ਤੁਸੀਂ ਇਸ ਮਾਮਲੇ ਦੀ ਢੁਕਵੀਂ ਜਾਂਚ ਕਰੋਗੇ। ਭਾਰਤ ਸਰਕਾਰ ਦੇ ਸੰਬੰਧਿਤ ਮੰਤਰਾਲਿਆਂ ਨੂੰ ਪੰਜਾਬ ਤੇ ਹੋਰ ਸੂਬਿਆਂ ਦੇ ਵਿੱਚ ਮੌਜੂਦਾ ਪ੍ਰਣਾਲੀ ਤੇ ਸਿੱਖ ਸੰਸਥਾਵਾਂ ਦੇ ਘੱਟ ਗਿਣਤੀ ਦਰਜੇ ਦੀ ਰਾਖੀ ਕਰਨ ਦੇ ਲਈ ਸਲਾਹ ਦੇਵੋਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਵਿੱਢੇ ਸੰਘਰਸ਼ ਦੇ ਐਲਾਨ ਤੋਂ ਬਾਅਦ ਬਾਈਬਲ ਕਲਾ ਮੋਰਚੇ ਦੀ ਅਗਵਾਈ ਕਰ ਰਹੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਸੁਪੁੱਤਰ ਸੁਖਰਾਜ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਅਦਬੀ ਦਾ ਮੁੱਦਾ ਯਾਦ ਕਰਵਾਉਂਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਵਾਉਣ ਦੇ ਲਈ ਹਲੂਣਾ ਮਾਰਿਆ ਹੈ। ਨਿਆਮੀਵਾਲਾ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਸਾਡੀ ਸੰਸਥਾ 20 ਸਾਲ ਦੀ ਲੰਬੀ ਨੀਂਦ ਦੇ ਵਿੱਚੋਂ ਆਖਿਰਕਾਰ ਜਾਗਤਾ ਪਈ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਪਰ ਅਫਸੋਸ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਵੀ 7 ਸਾਲ ਬੀਤ ਗਏ ਨੇ ਪਰ ਇਹ ਹਾਲੇ ਤੱਕ ਨਹੀਂ ਜਾਗੇ। ਹਲੂਣਾ ਮਾਰਦੇ ਐਸਜੀਪੀਸੀ ਨੂੰ ਪੁੱਛਿਆ ਹੈ ਕਿ ਤੁਸੀਂ ਦੱਸੋ ਕਿ ਕਦੋਂ ਜਾਗੋਗੇ, ਕਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਸਲੇ ਤੇ ਸਰਕਾਰ ਨੂੰ ਘੇਰੋਗੇ ਜਾਂ ਫਿਰ ਇਸ ਮਸਲੇ ਤੇ ਕਾਲੇ ਚੋਗੇ ਪਾਵੋਗੇ। ਦਰਅਸਲ ਇੱਕ ਦਿਨ ਪਹਿਲਾਂ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਗਲੇ ਸੰਘਰਸ਼ ਦੀ ਰੂਪਰੇਖਾ ਦਾ ਐਲਾਨ ਕਰਦਿਆਂ 12 ਸਤੰਬਰ
ਸਤੰਬਰ ਨੂੰ ਹਰੇਕ ਜ਼ਿਲ੍ਹਾ ਹੈੱਡਕੁਆਟਰ ਤੇ ਕਾਲੇ ਚੋਲੇ ਪਾ ਕੇ ਧਰਨੇ ਦੇਣ ਦਾ ਐਲਾਨ ਕੀਤਾ ਹੈ ਤੇ ਨਿਆਮੀਵਾਲਾ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਜਲਦ ਤੋਂ ਜਲਦ ਕਾਮਨਾ ਕਰਦਿਆਂ ਕਿਹਾ ਕਿ ਅਸੀਂ ਸਾਡੇ ਯੋਧਿਆਂ ਦੀ ਰਿਹਾਈ ਦੀ ਹਰ ਵੇਲੇ ਅਰਦਾਸ ਕਰਦੇ ਹਾਂ। ICR ਯਾਨੀ ਕਿ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਨੇ ਦਾਅਵਾ ਕੀਤਾ ਕਿ 4-5 ਮਹੀਨਿਆਂ ਦੇ ਅੰਦਰ ਪਸ਼ੂਆਂ ਨੂੰ ਸੰਕਰਮਿਤ ਕਰਨ ਵਾਲੇ ਲੰਪੀ ਸਕਿਨ ਡਿਜ਼ੀਜ਼ ਵਾਇਰਸ ਦੇ ਵਿਰੁੱਧ ਵੈਕਸੀਨ ਹੈ ਜਿਹੜੀ ਉਹ ਬਾਜ਼ਾਰ ਦੇ ਵਿੱਚ ਉਪਲਬਧ ਹੋਵੇਗੀ। ਯਾਨੀ ਕਿ ਭਾਰਤੀ ਵਿਗਿਆਨੀਆਂ ਨੇ ਲੰਪੀ ਸਕਿਨ ਦੀ ਬਿਮਾਰੀ ਦੇ ਵਿਰੁੱਧ ਟੀਕਾ ਤਿਆਰ ਕਰ ਲਿਆ, ਛੇਤੀ ਬਾਜ਼ਾਰ ਦੇ ਵਿੱਚ ਆ ਜਾਊਗਾ। ਭਾਰਤ ਦੇ ਅਮਲਾ ਤੇ ਸਿਖਲਾਈ ਵਿਭਾਗ ਨੇ ਹੁਕਮ ਜਾਰੀ ਕੀਤੇ ਨੇ ਕਿ ਭਾਰਤ ਦੇ ਵਿੱਚ ਹੁਣ ਜਣੇਪੇ ਤੋਂ ਤੁਰੰਤ ਬਾਅਦ ਨਵਜੰਮੇ ਬੱਚੇ ਦੀ ਮੌਤ ਹੋਣ ਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ 60 ਦਿਨਾਂ ਦੀ ਖਾਸ ਜਣੇਪਾ ਛੁੱਟੀ ਦਿੱਤੀ ਜਾਊਗੀ। ਇਹ ਫੈਸਲਾ ਮ੍ਰਿਤਕ ਪੈਦਾ ਹੋਏ ਬੱਚੇ ਜਾਂ ਫਿਰ ਜਨਮ ਤੋਂ ਤੁਰੰਤ ਪਿੱਛੋਂ ਮੌਤ ਕਾਰਨ ਮਾਂ ਨੂੰ ਲੱਗਣ ਵਾਲੀ ਭਾਵਨਾਤਮਕ ਸੱਟ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ, ਕਿਉਂਕਿ ਜਦੋਂ ਕਿਸੇ ਵੀ ਔਰਤ ਦੇ ਨਾਲ ਅਜਿਹੀ ਘਟਨਾ ਵਾਪਰਦੀ ਹੈ, ਗਰਭ ਦੇ ਵਿੱਚ ਬੱਚਾ ਮਰ ਜਾਂਦਾ ਹੈ, ਉਸ ਤੋਂ ਬਾਅਦ ਉਹਦਾ ਜਨਮ ਹੁੰਦਾ ਹੈ, ਕਿਉਂਕਿ 9 ਮਹੀਨੇ ਇੱਕ ਮਾਂ ਨੂੰ ਬੱਚੇ ਨੂੰ ਗਰਭ ਦੇ ਵਿੱਚ ਪਾਲਣਾ ਪੈਂਦਾ ਹੈ ਤੇ 9 ਮਹੀਨਿਆਂ ਬਾਅਦ ਜਦੋਂ ਉਹ ਬੱਚਾ ਮਰਿਆ ਹੋਇਆ ਜਨਮਦਾ ਹੈ ਤਾਂ ਇਹ ਇੱਕ ਬਹੁਤ ਵੱਡੀ ਸੱਟ ਹੁੰਦੀ ਹੈ ਮਾਨਸਿਕ ਤੌਰ ਤੇ ਮਾਂ ਦੇ ਲਈ। ਤੇ ਜੇ ਬੱਚੇ ਦੇ ਜਨਮ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਜਾਵੇ ਤਾਂ ਉਹ ਤਾਂ ਉਸ ਤੋਂ ਵੀ ਵੱਡੀ ਸੱਟ ਹੁੰਦੀ ਹੈ। ਹੁਕਮਾਂ ਦੇ ਮੁਤਾਬਿਕ ਜੇ ਨਵਜੰਮੇ ਬੱਚੇ ਦੀ ਜਣੇਪੇ ਦੀ ਮਿਤੀ ਤੋਂ 28 ਦਿਨਾਂ ਦੇ ਅੰਦਰ ਵੀ ਮੌਤ ਹੋ ਜਾਂਦੀ ਹੈ ਤਾਂ ਵੀ ਉਸ ਨੂੰ ਮਾਂ ਨੂੰ 60 ਦਿਨਾਂ ਦੀ ਵਿਸ਼ੇਸ਼ ਜਣੇਪਾ ਛੁੱਟੀ ਦਿੱਤੀ ਜਾਵੇਗੀ ਤੇ ਇਹ ਸੱਚਮੁੱਚ ਇੱਕ ਚੰਗਾ ਫੈਸਲਾ ਹੈ। ਸ਼ਨੀਚਰਵਾਰ ਸਵੇਰੇ ਅੰਮ੍ਰਿਤਸਰ ਦੇ ਵਿਦਿਆਸਾਗਰ ਮੈਂਟਲ ਹਸਪਤਾਲ ਦੇ ਵਿੱਚੋਂ ਜੋਬਨ ਮਸੀਹ ਨਾਮੀ ਕੈਦੀ ਫਰਾਰ ਹੋ ਗਿਆ। ਜੋਬਨ ਮਸੀਹ ਦੇ ਕੋਲੋਂ ਗੁਰਦਾਸਪੁਰ ਪੁਲਿਸ ਨੇ ਹੈਂਡ ਗ੍ਰਨੇਡ ਬਰਾਮਦ ਕੀਤੇ ਸੀ, ਜਿਸ ਸੰਬੰਧੀ ਇੱਕ ਕੇਸ ਗੁਰਦਾਸਪੁਰ ਥਾਣੇ ਵਿੱਚ ਦਰਜ ਵੀ ਕੀਤਾ ਗਿਆ। ਜੋਬਨ ਮਸੀਹ ਦੀ ਹਾਲਤ ਖਰਾਬ ਹੋਣ ਤੋਂ ਬਾਅਦ ਉਸ ਨੂੰ 30 ਅਗਸਤ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਦੇ ਵਿਦਿਆਸਾਗਰ ਮੈਂਟਲ ਹਸਪਤਾਲ ਦੇ ਜਨਰਲ ਵਾਰਡ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਹਾਲਾਂਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਵਾਰਡ ਦੇ ਵਿੱਚ ਜੋਬਨ ਨੂੰ ਰੱਖਿਆ ਗਿਆ ਸੀ ਉੱਥੇ ਪੁਲਿਸ ਦੇ ਜਵਾਨ ਹਮੇਸ਼ਾ ਤੈਨਾਤ ਰਹਿੰਦੇ ਸੀ, ਪਰ ਫਿਰ ਵੀ ਕੈਦੀ ਭੱਜ ਗਿਆ। ਇਹ ਹੈਰਾਨੀਜਨਕ ਵੀ ਹੈ ਤੇ ਪੁਲਿਸ ਦੀ ਨਲਾਇਕੀ ਵੀ ਹੈ। ਬੁਲੇਟਿਨ ਦੇ ਵਿੱਚ ਕੁਝ ਖਬਰਾਂ, ਘਟਨਾਵਾਂ, ਵਾਰਦਾਤਾਂ ਅਤੇ ਹਾਦਸਿਆਂ ਦੇ ਨਾਲ ਜੁੜੀਆਂ ਹੋਈਆਂ ਨੇ। ਸਭ ਤੋਂ ਪਹਿਲੀ ਖਬਰ ਯੂਪੀ ਤੋਂ ਤੁਹਾਨੂੰ ਦੱਸਦੇ ਹਾਂ, ਜਿੱਥੇ ਸ਼ਨੀਚਰਵਾਰ ਤੜਕੇ 12 ਬੰਕੀ ਜ਼ਿਲ੍ਹੇ ਦੇ ਰਾਮਨਗਰ ਇਲਾਕੇ ਵਿੱਚ ਟਰੱਕ ਨੇ ਸੜਕ ਦੇ ਕਿਨਾਰੇ ਖੜੀ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਦੇ ਵਿੱਚ 4 ਜਣਿਆਂ ਦੀ ਮੌਤ ਹੋ ਗਈ, 10 ਜਣੇ ਗੰਭੀਰ ਜ਼ਖਮੀ ਹੋ ਗਏ। ਨੇਪਾਲ ਤੋਂ ਗੋਆ ਜਾ ਰਹੀ ਮਜ਼ਦੂਰਾਂ ਦੇ ਨਾਲ ਭਰੀ ਡਬਲ ਡੈਕਰ ਬੱਸ ਦਾ ਟਾਇਰ ਤੜਕੇ ਕਰੀਬ 3:30 ਵਜੇ ਰਾਮਨਗਰ ਥਾਣਾ ਖੇਤਰ ਦੇ ਪਿੰਡ ਮਹਿੰਗੂਪੁਰ ਦੇ ਵਿੱਚ ਪੈਂਚਰ ਹੋ ਗਿਆ ਸੀ। ਉਹਨੂੰ ਸੜਕ ਕਿਨਾਰੇ ਰੋਕ ਕੇ ਠੀਕ ਕੀਤਾ ਜਾ ਰਿਹਾ ਸੀ, ਪਰ ਪਿੱਛੇ ਤੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਪੰਜਾਬ ਦੇ ਖੰਨਾ ਤੋਂ ਖਬਰ ਹੈ, ਜਿੱਥੇ ਹਿੰਦੀ ਪੁੱਤਰੀ ਪਾਠਸ਼ਾਲਾ ਸੀਨੀਅਰ ਸੈਕੰਡਰੀ ਸਕੂਲ ਦੀ ਇੱਕ ਅਧਿਆਪਕਾ ਨੇ 4ਥੀ ਜਮਾਤ ਦੇ ਵਿਦਿਆਰਥਣ ਨੂੰ ਬਹੁਤ ਹੀ ਬੇਰਹਿਮੀ ਦੇ ਨਾਲ ਕੁੱਟਿਆ ਹੈ, ਜਿਸ ਤੋਂ ਬਾਅਦ ਵਿਦਿਆਰਥਣ ਨੂੰ ਹਸਪਤਾਲ ਵੀ ਦਾਖਲ ਕਰਵਾਉਣਾ ਪਿਆ ਹੈ। ਮਾਪਿਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਹਸਪਤਾਲ ਦੇ ਵਿੱਚ ਦਾਖਲ ਬੱਚੀ ਦਾ ਹਾਲ ਚਾਲ ਜਾਣਨ ਪਹੁੰਚੇ ਸਕੂਲ ਦੀ ਪ੍ਰਿੰਸੀਪਲ ਨੇ ਆਪਣੀ ਅਧਿਆਪਕਾ ਦਾ ਹੀ ਪੱਖ ਪੂਰਿਆ, ਜਦਕਿ ਅਧਿਆਪਕਾ ਨੇ ਕੈਮਰੇ ਸਾਹਮਣੇ ਬੱਚੀ ਨੂੰ ਕੁੱਟਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਬੱਚੀ ਨੇ ਖੁਦ ਵੀ ਦੱਸਿਆ ਕਿ ਮੀਨਾ ਨਾਮੀ ਅਧਿਆਪਕਾ ਨੇ ਬਹੁਤ ਬੁਰੀ ਤਰ੍ਹਾਂ ਉਸ ਨੂੰ ਕੁੱਟਿਆ, ਕੰਨ ਫੜ ਕੇ ਵਾਲ ਵੀ ਖਿੱਚੇ, ਲਗਾਤਾਰ ਥੱਪੜ ਮਾਰੇ, ਕੰਧ 'ਚ ਵੀ ਸਿਰ ਮਾਰਿਆ। ਇਸ ਤੋਂ ਪਹਿਲਾਂ ਵੀ ਕਹਿੰਦੇ ਅਧਿਆਪਕਾ ਇਸੇ ਤਰ੍ਹਾਂ ਬੱਚਿਆਂ ਨੂੰ ਕੁੱਟਦੀ ਹੈ। ਬੱਚੀ ਦੀ ਮਾਂ ਰੀਨਾ ਰਾਣੀ ਨੇ ਵੀ ਦੱਸਿਆ ਕਿ ਜਦੋਂ ਉਹਨਾਂ ਦੀ ਬੱਚੀ ਘਰੇ ਆਈ ਤਾਂ ਦੇਖਿਆ ਕਿ ਉਹਦਾ ਮੂੰਹ ਤੇ ਕੰਨ ਬੁਰੀ ਤਰ੍ਹਾਂ ਨਾਲ ਲਾਲ ਹੋਏ ਪਏ ਸੀ ਤੇ ਰੋ ਰਹੀ ਸੀ। ਮੂੰਹ ਤੇ ਨਿਸ਼ਾਨ ਵੀ ਪਏ ਹੋਏ ਸਨ ਤੇ ਬੱਚੀ ਨੇ ਦੱਸਿਆ ਕਿ ਅਧਿਆਪਕ ਨੇ ਉਸ ਨੂੰ ਬਹੁਤ ਬੁਰੇ ਤਰੀਕੇ ਨਾਲ ਕੁੱਟਿਆ। ਨਸਲੀ ਨਫ਼ਰਤ ਦੇ ਨਾਲ ਜੁੜੀ ਹੋਈ ਖਬਰ ਪੋਲੈਂਡ ਤੋਂ ਆਈ ਹੈ। ਅਮਰੀਕਾ ਤੋਂ ਬਾਅਦ ਹੁਣ ਪੋਲੈਂਡ ਦੇ ਵਿੱਚ ਵੀ ਭਾਰਤੀਆਂ ਨੂੰ ਨਸਲੀ ਆਧਾਰ ਤੇ ਨਿਸ਼ਾਨਾ ਬਣਾਇਆ ਗਿਆ ਹੈ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਿਹਾ, ਜਿਸ ਦੇ ਵਿੱਚ ਇੱਕ ਵਿਅਕਤੀ ਇੱਕ ਭਾਰਤੀ ਨੂੰ ਪਰਜੀਵੀ ਕਹਿੰਦੇ ਹੋਏ ਭਾਰਤ ਵਾਪਸ ਜਾਣ ਨੂੰ ਕਹਿ ਰਿਹਾ ਹੈ। ਯੂਰਪੀ ਮੁਲਕ ਪੋਲੈਂਡ ਦੇ ਇਸ ਵੀਡੀਓ ਦੇ ਵਿੱਚ ਵਿਦੇਸ਼ੀ ਵਿਅਕਤੀ ਸੜਕ ਤੇ ਜਾ ਰਹੇ ਭਾਰਤੀ ਵਿਅਕਤੀ ਨੂੰ ਰੋਕਦਾ ਹੈ। ਉਹਨੂੰ ਪੁੱਛਦਾ ਕਿ ਤੁਸੀਂ ਪੋਲੈਂਡ ਦੇ ਵਿੱਚ ਕਿਉਂ ਰਹਿ ਰਹੇ ਹੋ। ਉਹਦਾ ਵੀਡੀਓ ਬਣਾਉਣ ਲੱਗ ਜਾਂਦਾ ਹੈ। ਭਾਰਤੀ ਵਿਅਕਤੀ ਉਹਨੂੰ ਕਹਿੰਦਾ ਹੈ ਕਿ ਵੀਡੀਓ ਨਾ ਬਣਾ, ਤਾਂ ਉਹ ਬੋਲਦਾ ਹੈ ਕਿ ਕਿਉਂਕਿ ਮੈਂ ਅਮਰੀਕਾ ਤੋਂ ਹਾਂ, ਅਮਰੀਕਾ 'ਚ ਤੁਹਾਡੇ ਵਰਗੇ ਕਈ ਲੋਕ ਨੇ, ਤੁਸੀਂ ਇੱਥੇ ਕਿਉਂ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪੋਲੈਂਡ ਦੇ ਵਿੱਚ ਘੁਸਪੈਠ ਕਰ ਰਹੇ ਹੋ? ਤੁਹਾਡਾ ਆਪਣਾ ਦੇਸ਼ ਹੈ, ਤੁਸੀਂ ਉੱਥੇ ਕਿਉਂ ਨਹੀਂ ਜਾਂਦੇ? ਤੁਸੀਂ ਭਾਰਤ ਕਿਉਂ ਨਹੀਂ ਜਾਂਦੇ? ਕਿ ਤੁਸੀਂ ਭਾਰਤ ਤੋਂ ਆਏ ਹੋ? ਇਸ ਤੇ ਫਿਰ ਜਿਹੜਾ ਹੈਗਾ ਭਾਰਤੀ ਸ਼ਖਸ ਵੀਡੀਓ ਬਣਾਉਣ ਤੋਂ ਮਨਾ ਕਰਦਾ ਹੈ, ਪਰ ਉਹ ਕਹਿੰਦਾ ਹੈ ਕਿ ਮੈਂ ਤੁਹਾਡੀ ਫਿਲਮ ਬਣਾ ਸਕਦਾ ਕਿਉਂਕਿ ਸਾਡਾ ਮੁਲਕ ਹੈ, ਮੈਂ ਯੂਰਪੀ ਹਾਂ, ਇਹ ਮੇਰਾ ਅਧਿਕਾਰ ਹੈ। ਯੂਰਪੀ ਲੋਕ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਸਾਡੇ ਦੇਸ਼ ਦੇ ਵਿੱਚ ਘੁਸਪੈਠ ਕਿਉਂ ਕਰ ਰਹੇ ਹੋ? ਤੁਸੀਂ ਸਫੈਦ ਲੋਕਾਂ ਦੀ ਜ਼ਮੀਨ ਤੇ ਕਿਉਂ ਆ ਰਹੇ ਹੋ? ਸਾਡੀ ਸਖਤ ਮਿਹਨਤ ਦਾ ਹਿੱਸਾ ਲੈਣ ਦੇ ਲਈ ਆ ਰਹੇ ਹੋ? ਤੁਸੀਂ ਆਪਣੇ ਦੇਸ਼ ਨੂੰ ਮਜ਼ਬੂਤ ਕਿਉਂ ਨਹੀਂ ਕਰਦੇ? ਤੁਸੀਂ ਪਰਜੀਵੀ ਕਿਉਂ ਬਣ ਰਹੇ ਹੋ? ਤੁਸੀਂ ਸਾਡੀ ਨਸਲ
ਨਸਲਕੁਸ਼ੀ ਕਿਉਂ ਕਰ ਰਹੇ ਹੋ। ਇਸ ਤਰ੍ਹਾਂ ਦੀਆਂ ਗੱਲਾਂ ਉਹ ਕਰਦਾ ਹੈ ਤੇ ਅਖੀਰ ਦੇ ਵਿੱਚ ਭਾਰਤੀ ਸ਼ਖਸ ਫੋਨ ਤੇ ਕੁਝ ਗੱਲਬਾਤ ਕਰਦਾ ਹੋਇਆ ਉੱਥੋਂ ਚਲਾ ਜਾਂਦਾ ਹੈ ਤੇ ਦੋਨੋਂ ਆਪਣੇ ਰਾਹ ਪੈ ਜਾਂਦੇ ਨੇ। ਇਸ ਵੀਡੀਓ ਦਾ ਭਾਰਤ ਵਿੱਚ ਸਖਤ ਵਿਰੋਧ ਹੋ ਰਿਹਾ ਹੈ ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ ਤੋਂ ਵੀ ਅਜਿਹਾ ਵੀਡੀਓ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਇੱਕ ਔਰਤ 4 ਭਾਰਤੀ ਮੂਲ ਦੀਆਂ ਔਰਤਾਂ ਦੇ ਖਿਲਾਫ ਨਸਲੀ ਟਿੱਪਣੀਆਂ ਕਰਦੀ ਦਿਖਾਈ ਦਿੱਤੀ ਸੀ। ਗੋਆ ਪੁਲਿਸ ਬੀਜੇਪੀ ਲੀਡਰ ਅਤੇ ਅਦਾਕਾਰਾ ਸੋਨਾਲੀ ਫੋਗਾਟ ਮੌਤ ਮਾਮਲੇ ਦੀ ਜਾਂਚ ਕਰ ਰਹੀ ਹੈ। ਲਗਾਤਾਰ ਤੀਸਰੇ ਦਿਨ ਪੁਲਿਸ ਨੇ ਮਰਹੂਮ ਅਦਾਕਾਰਾ ਫੋਗਾਟ ਦੇ ਹਿਸਾਰ ਵਿਚਲੇ ਘਰ ਦਾ ਜਾਇਜ਼ਾ ਲਿਆ। 3 ਡਾਇਰੀਆਂ ਜ਼ਬਤ ਕੀਤੀਆਂ ਨੇ। ਪੁਲਿਸ ਟੀਮ ਨੇ ਸੋਨਾਲੀ ਦੇ ਬੈਡਰੂਮ, ਅਲਮਾਰੀ ਤੇ ਪਾਸਵਰਡ ਦੇ ਨਾਲ ਸੁਰੱਖਿਅਤ ਲੋਕਰ ਦੀ ਜਾਂਚ ਕੀਤੀ। ਸੋਨਾਲੀ ਫੋਗਾਟ ਦੇ ਘਰ ਦਾ ਲੋਕਰ ਵੀ ਸੀਲ ਕਰ ਦਿੱਤਾ ਗਿਆ ਹੈ। ਗੋਆ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੰਮੂ ਕਸ਼ਮੀਰ ਤੋਂ ਖਬਰ ਹੈ ਜਿੱਥੇ ਪੁਲਿਸ ਨੇ ਉਧਮਪੁਰ ਜ਼ਿਲ੍ਹੇ ਦੇ ਵਿੱਚ ਇੱਕ ਪੰਜਾਬੀ ਜੋੜੇ ਨੂੰ 7 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਏਡੀਜੀਪੀ ਜੰਮੂ ਮੁਕੇਸ਼ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਾਮ ਤੀਰਥ ਰੋਡ ਵਾਸੀ ਲਵਪ੍ਰੀਤ ਸਿੰਘ ਤੇ ਉਸ ਦੀ ਪਤਨੀ ਮਨਦੀਪ ਕੌਰ ਆਪਣੀ ਕਾਰ ਦੇ ਵਿੱਚ ਕਥਿਤ ਤੌਰ ਤੇ ਨਸ਼ੀਲੇ ਪਦਾਰਥ ਲਿਜਾ ਰਹੇ ਸਨ ਜਦੋਂ ਉਹਨਾਂ ਨੂੰ ਉਧਮਪੁਰ ਦੇ ਵਿੱਚ ਕਾਬੂ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇਹ ਕੌਮਾਂਤਰੀ ਨਸ਼ਾ ਤਸਕਰ ਨੇ ਤੇ ਇਹਨਾਂ ਵਿਰੁੱਧ ਕਾਨੂੰਨ ਦੀਆਂ ਸਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਾਜਸਥਾਨ ਤੋਂ ਖਬਰ ਹੈ ਜਿੱਥੇ ਉਦੈਪੁਰ ਜ਼ਿਲ੍ਹੇ ਦੇ ਵਿੱਚ ਸਰਕਾਰੀ ਸਕੂਲ ਦੇ ਰਸੋਈਏ ਨੂੰ 2 ਅਨੁਸੂਚਿਤ ਜਾਤੀ ਭਾਈਚਾਰੇ ਦੀਆਂ ਵਿਦਿਆਰਥਣਾਂ ਨਾਲ ਵਿਤਕਰਾ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ। ਬਾਰੌੜੀ ਇਲਾਕੇ ਦੇ ਸਰਕਾਰੀ ਅੱਪਰ ਪ੍ਰਾਇਮਰੀ ਸਕੂਲ ਦੇ ਵਿੱਚ ਸ਼ੁੱਕਰਵਾਰ ਨੂੰ ਦਲਿਤ ਵਿਦਿਆਰਥਣਾਂ ਦੇ ਵੱਲੋਂ ਲਾਲਾ ਰਾਮ ਗੁੱਜਰ ਵੱਲੋਂ ਤਿਆਰ ਕੀਤਾ ਮਿਡ ਡੇ ਮੀਲ ਪਰੋਸਿਆ ਸੀ। ਪੁਲਿਸ ਨੇ ਦੱਸਿਆ ਕਿ ਲਾਲਾ ਰਾਮ ਨੇ ਇਸ ਤੇ ਇਤਰਾਜ਼ ਕੀਤਾ। ਖਾਣਾ ਖਾ ਰਹੇ ਵਿਦਿਆਰਥੀਆਂ ਨੂੰ ਇਸ ਨੂੰ ਸੁੱਟਣ ਲਈ ਕਹਿ ਦਿੱਤਾ ਕਿਉਂਕਿ ਇਹ ਦਲਿਤ ਵਿਦਿਆਰਥਣਾਂ ਨੇ ਪਰੋਸਿਆ ਸੀ। ਉਹਨਾਂ ਦੇ ਕਹਿਣ ਤੇ ਬਾਕੀ ਵਿਦਿਆਰਥੀ ਨੇ ਵੀ ਖਾਣਾ ਸੁੱਟ ਦਿੱਤਾ ਤੇ ਹੁਣ ਇਹ ਰਸੋਈਆ ਗ੍ਰਿਫਤਾਰ ਕਰ ਲਿਆ ਗਿਆ ਹੈ। ਵਿਤਕਰੇ ਦੇ ਦੋਸ਼ ਵਿੱਚ ਤੇ ਹੋਣਾ ਵੀ ਚਾਹੀਦਾ ਸੀ। ਮੁੰਬਈ ਤੋਂ ਖਬਰ ਹੈ ਜਿੱਥੇ ਕਸਟਮ ਵਿਭਾਗ ਨੇ ਕੌਮਾਂਤਰੀ ਹਵਾਈ ਅੱਡੇ ਤੇ ਭਾਰਤ ਵਿੱਚ ਕੋਕੀਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਘਾਨਾ ਦੇ ਰਹਿਣ ਵਾਲੇ ਇੱਕ ਯਾਤਰੀ ਨੂੰ ਗ੍ਰਿਫਤਾਰ ਕੀਤਾ ਹੈ ਤੇ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਦੇ ਢਿੱਡ ਦੇ ਵਿੱਚ ਕੋਕੀਨ ਰੱਖ ਕੇ ਲਿਆ ਰਿਹਾ ਸੀ। ਨਸ਼ੀਲਾ ਪਦਾਰਥ 87 ਕੈਪਸੂਲਾਂ ਦੇ ਰੂਪ 'ਚ ਉਹਨੇ ਆਪਣੇ ਢਿੱਡ 'ਚ ਲੁਕੋ ਕੇ ਰੱਖਿਆ ਸੀ। ਕਸਟਮ ਵਿਭਾਗ ਨੇ ਦੱਸਿਆ ਕਿ ਯਾਤਰੀ ਕੋਲੋਂ ਬਰਾਮਦ ਕੀਤੀ ਗਈ 1300 ਗ੍ਰਾਮ ਕੋਕੀਨ ਦੀ ਕੀਮਤ 13 ਕਰੋੜ ਰੁਪਏ ਹੈ। 1300 ਗ੍ਰਾਮ ਕੋਕੀਨ ਉਹਨੇ ਆਪਣੇ ਢਿੱਡ ਵਿੱਚ ਥੈਲੀਆਂ ਬਣਾ ਕੇ ਰੱਖੀ ਸੀ। ਘਟਨਾ 28 ਅਗਸਤ ਦੀ ਹੈ ਜਦੋਂ ਮੁੰਬਈ ਕੌਮਾਂਤਰੀ ਹਵਾਈ ਅੱਡੇ ਤੇ ਯਾਤਰੀ ਨੂੰ ਸ਼ੱਕੀ ਹੋਣ ਤੇ ਰੋਕਿਆ ਗਿਆ, ਸਰਕਾਰੀ ਹਸਪਤਾਲ ਲਿਜਾਇਆ ਗਿਆ ਤੇ 3 ਦਿਨਾਂ ਦੇ ਵਿੱਚ ਉਹਦੇ ਸਰੀਰ ਦੇ ਵਿੱਚੋਂ ਕੋਕੀਨ ਦੇ ਭਰੇ ਹੋਏ ਕੈਪਸੂਲ ਕੱਢੇ ਗਏ ਨੇ। ਖਬਰ ਕਰੋਨਾ ਦੇ ਟੀਕੇ ਦੇ ਨਾਲ ਜੁੜੀ ਹੋਈ ਹੈ। ਸ਼ਾਇਦ ਖਬਰ ਸੁਣ ਕੇ ਤੁਸੀਂ ਵੀ ਚਿੰਤਾ ਦੇ ਵਿੱਚ ਨਾ ਪੈ ਜਾਵੋ। ਬੰਬੇ ਹਾਈ ਕੋਰਟ ਨੇ ਔਰੰਗਾਬਾਦ ਦੇ ਵਿਅਕਤੀ ਦੇ ਵੱਲੋਂ ਦਾਇਰ ਕੀਤੇ ਕੇਸ ਦੇ ਵਿੱਚ ਸਿਰਮ ਇੰਸਟੀਚਿਊਟ ਆਫ ਇੰਡੀਆ ਪੁਣੇ, ਮਾਈਕਰੋਸਾਫਟ ਦੇ ਸੰਸਥਾਪਕ ਬਿਲ ਗੇਟਸ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਜਿਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਇਸ ਵਿਅਕਤੀ ਦੀ ਡਾਕਟਰ ਧੀ ਦੀ ਮੌਤ ਕੋਵਿਸ਼ੀਲਡ ਵੈਕਸੀਨ ਦੇ ਮਾੜੇ ਪ੍ਰਭਾਵਾਂ ਕਰਕੇ ਹੋਈ ਹੈ ਤੇ ਮੁਆਵਜ਼ੇ ਦੇ ਵਿੱਚ ਉਹਨੇ 1000 ਕਰੋੜ ਰੁਪਏ ਦੀ ਮੰਗ ਕੀਤੀ ਹੈ। ਪਟੀਸ਼ਨ ਕਰਤਾ ਦਾ ਨਾਮ ਦਲੀਪ ਲੋਨਾਵਤ ਹੈ। ਦਲੀਲ ਦਿੱਤੀ ਹੈ ਕਿ ਉਹਨਾਂ ਦੀ 33 ਸਾਲਾ ਧੀ ਸਨੇਹਲ ਲੋਨਾਵਤ ਨਾਸਿਕ SMBT ਡੈਂਟਲ ਕਾਲਜ ਤੇ ਹਸਪਤਾਲ ਦੇ ਵਿੱਚ ਸੀਨੀਅਰ ਲੈਕਚਰਰ ਸੀ। ਉੱਥੇ ਉਸ ਨੂੰ ਵੈਕਸੀਨ ਲਵਾਉਣ ਦੇ ਲਈ ਮਜਬੂਰ ਕੀਤਾ ਗਿਆ। ਦਲੀਪ ਨੇ ਕਿਹਾ ਕਿ ਉਹਨਾਂ ਦੀ ਧੀ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਟੀਕੇ ਪੂਰੀ ਤਰ੍ਹਾਂ ਸੁਰੱਖਿਅਤ ਨੇ, ਉਹਨਾਂ ਦੇ ਸਰੀਰ ਨੂੰ ਕੋਈ ਖਤਰਾ ਨਹੀਂ ਹੋਊਗਾ, ਪਰ ਉਹਨਾਂ ਦੀ ਧੀ 1 ਮਾਰਚ 2021 ਨੂੰ ਵੈਕਸੀਨ ਦੇ ਕਥਿਤ ਮਾੜੇ ਪ੍ਰਭਾਵ ਕਰਕੇ ਮੌਤ ਦੇ ਮੂੰਹ ਦੇ ਵਿੱਚ ਜਾ ਪਈ ਤੇ ਹੁਣ ਬੰਬੇ ਹਾਈ ਕੋਰਟ ਨੇ ਇਸੇ ਮਸਲੇ ਤੇ ਸਿਰਮ ਇੰਸਟੀਚਿਊਟ, ਬਿਲ ਗੇਟਸ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਭੇਜਿਆ ਹੈ ਤੇ ਬੰਦੇ ਦਾ ਪੂਰਾ ਜਿਹੜਾ ਦਾਅਵਾ ਹੈ ਕਿ ਇਸ ਟੀਕੇ ਦੇ ਲਵਾਉਣ ਕਰਕੇ ਹੀ ਉਹਨਾਂ ਦੀ ਧੀ ਦੀ ਮੌਤ ਹੋਈ ਹੈ। ਘਟਨਾਵਾਂ ਦੀਆਂ ਜਾਣਕਾਰੀਆਂ ਤੋਂ ਬਾਅਦ ਇੱਕ ਹੋਰ ਜਾਣਕਾਰੀ ਤੁਹਾਨੂੰ ਦੇ ਦਿੰਦੇ ਹਾਂ ਜਿਹੜੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤੀ ਹੈ। ਜਥੇਦਾਰ ਨੇ ਲਾਸਾਨੀ ਯੋਧੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿਖੇ 5 ਸਤੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮਾਂ 'ਚ ਸੰਗਤ ਨੂੰ ਸ਼ਾਮਿਲ ਹੋਣ ਦੀ ਅਪੀਲ ਕੀਤੀ ਹੈ। 5 ਸਤੰਬਰ ਨੂੰ ਸ਼ਾਮ 3 ਵਜੇ ਤੋਂ ਲੈ ਕੇ 7 ਵਜੇ ਤੱਕ ਇੱਥੇ ਗੁਰਮਤਿ ਸਮਾਗਮ ਕਰਵਾਏ ਜਾਣਗੇ। ਖਾਲਸੇ ਦੀ ਧਰਤੀ ਅਨੰਦਪੁਰ ਸਾਹਿਬ ਵਿਖੇ ਉਹਨਾਂ ਨੇ ਬਾਬਾ ਜੀਵਨ ਜੀ ਦੇ ਇਤਿਹਾਸ ਬਾਰੇ ਵੀ ਜਾਣੂ ਕਰਵਾਇਆ ਹੈ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਹ ਪੁਰਬ ਜਿਹੜਾ ਹੈ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਸਹਿਤ ਮਨਾਇਆ ਜਾ ਰਿਹਾ। ਸਮਾਂ ਜਿਹੜਾ 5 ਸਤੰਬਰ ਨੂੰ ਸ਼ਾਮ ਕੋਈ 3 ਵਜੇ ਤੋਂ ਲੈ ਕੇ 7 ਵਜੇ ਤੱਕ ਹੈ, ਕਿਉਂਕਿ ਉਸ ਤੋਂ ਪਹਿਲਾਂ ਸ੍ਰੀ ਅਨੰਦਪੁਰ ਸਾਹਿਬ ਤੇ ਬਾਬਾ ਜੀਵਨ ਸਿੰਘ ਜੀ ਦਾ ਜੋ ਸਥਾਨ ਹੈ ਉਸ ਸਥਾਨ ਦੇ ਉੱਤੇ ਮਨਾਇਆ ਜਾਣਾ ਪਹਿਲੋਂ, ਤੇ ਸ਼ਾਮ ਨੂੰ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ ਇਹ ਪੁਰਬ ਮਨਾਇਆ ਜਾਂਦਾ। ਮੁਰੂਗਾ ਮੱਠ ਦੇ ਮੁੱਖ ਪੁਜਾਰੀ ਨੂੰ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਫੜੇ ਜਾਣ ਤੋਂ ਬਾਅਦ ਉੱਘੇ ਪੱਤਰਕਾਰ ਤੇ ਮੈਗਸੈਸੇ ਐਵਾਰਡੀ ਪੀ ਸਾਈਨਾਥ ਨੇ ਆਪਣਾ ਪੁਰਸਕਾਰ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ। ਪੀ ਸਾਈਨਾਥ ਨੇ ਕਿਹਾ ਕਿ ਉਹ ਬਸਵਾਸਰੀ ਪੁਰਸਕਾਰ ਵਾਪਸ ਕਰ ਰਹੇ ਨੇ। 2017 ਦੇ ਵਿੱਚ ਮੁਰੂਗਾ ਮੱਠ ਨੇ ਉਹਨਾਂ ਨੂੰ ਇਹ ਪੁਰਸਕਾਰ ਦਿੱਤਾ ਸੀ। ਮੁਰੂਗਾ ਮੱਠ ਦੇ ਮੁੱਖ ਪੁਜਾਰੀ ਸ਼ਿਵ ਮੂਰਤੀ ਮੁਰੂਗਾ ਸ਼ਰਨਾਰੂ ਨੂੰ ਸਕੂਲੀ ਕੁੜੀਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਤੇ ਪੂਰੀ ਦੁਨੀਆ ਤੋਂ ਤੁਹਾਨੂੰ ਦੱਸ ਦਿੰਦੇ ਹਾਂ। ਸਭ ਤੋਂ ਪਹਿਲੀ ਖਬਰ ਭਾਰਤੀ ਅਰਥ ਵਿਵਸਥਾ ਦੇ ਨਾਲ ਜੁੜੀ ਹੋਈ ਹੈ। ਥੋੜੀ ਹੈਰਾਨ ਕਰਨ ਵਾਲੀ ਖਬਰ ਜ਼ਰੂਰ ਹੈ, ਪਰ ਖਬਰ ਹੈ ਬਲੂਮਬਰਗ ਦੀ ਰਿਪੋਰਟ ਦੇ ਮੁਤਾਬਿਕ ਕਿ ਭਾਰਤ ਦੀ ਅਰਥ ਵਿਵਸਥਾ ਬਰਤਾਨੀਆ ਨੂੰ ਪਛਾੜ ਕੇ ਹੁਣ 5ਵੀਂ ਦੁਨੀਆ ਦੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਗਈ ਹੈ। ਬਰਤਾਨੀਆ ਦੀ ਅਰਥ ਵਿਵਸਥਾ 6ਵੇਂ ਥਾਂ ਤੇ ਖਿਸਕ ਗਈ ਹੈ। ਬਲੂਮਬਰਗ ਦੀ ਰਿਪੋਰਟ ਦੇ ਮੁਤਾਬਿਕ ਭਾਰਤ ਨੇ ਵਾਧਾ 2021 ਦੀ ਤੀਜੀ ਤਿਮਾਹੀ ਦੇ ਵਿੱਚ ਹਾਸਲ ਕੀਤਾ। ਇਹ ਗਣਨਾ ਅਮਰੀਕੀ ਡਾਲਰ ਦੇ ਵਿੱਚ ਕੀਤੀ ਗਈ ਹੈ। ਅੰਤਰਰਾਸ਼ਟਰੀ ਮੁਦਰਾ ਫੰਡ ਦੇ ਜੀਡੀਪੀ ਅੰਕੜਿਆਂ ਦੇ ਮੁਤਾਬਿਕ ਭਾਰਤ ਨੇ ਪਹਿਲੀ ਤਿਮਾਹੀ ਦੇ ਵਿੱਚ ਵੀ ਲਾਭ ਹਾਸਲ ਕੀਤਾ ਹੈ। ਮਣੀਪੁਰ ਤੋਂ ਖਬਰ ਹੈ, ਜਿੱਥੇ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ ਯੂਨਾਈਟਿਡ ਨੂੰ ਵੱਡਾ ਝਟਕਾ ਲੱਗਿਆ ਹੈ। ਜਨਤਾ ਦਲ ਯੂਨਾਈਟਿਡ ਦੇ 7 ਵਿੱਚੋਂ 5 ਵਿਧਾਇਕਾਂ ਨੇ ਬੀਜੇਪੀ ਦੇ ਨਾਲ ਹੱਥ ਮਿਲਾ ਲਿਆ। 7 ਐਮਐਲਏ ਇੱਥੇ ਜਿੱਤੇ ਹੋਏ ਸੀ, ਪਰ 5 ਬੀਜੇਪੀ ਦੇ ਵਿੱਚ ਚਲੇ ਗਏ ਨੇ। ਇਸ ਤੋਂ ਪਹਿਲਾਂ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੇਡੀਯੂ ਵਿਧਾਇਕ ਨਿਤੀਸ਼ ਕੁਮਾਰ ਦੀ ਪਾਰਟੀ ਨੂੰ ਅਲਵਿਦਾ ਕਹਿ ਚੁੱਕਿਆ। ਮਣੀਪੁਰ ਵਿਧਾਨ ਸਭਾ ਸਕੱਤਰ ਦੇ ਬਿਆਨ ਦੇ ਮੁਤਾਬਿਕ ਜੇਡੀਯੂ ਦੇ 5 ਵਿਧਾਇਕ ਸ਼ੁੱਕਰਵਾਰ ਨੂੰ ਸੱਤਾਧਾਰੀ ਪਾਰਟੀ ਬੀਜੇਪੀ ਦੇ ਵਿੱਚ ਸ਼ਾਮਿਲ ਹੋ ਗਏ। ਭਾਰਤੀ ਜਨਤਾ ਪਾਰਟੀ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਵਿੱਚ 60 ਮੈਂਬਰੀ ਵਿਧਾਨ ਸਭਾ ਦੇ ਵਿੱਚ 32 ਸੀਟਾਂ ਤੇ ਬਹੁਮਤ ਹਾਸਲ ਕੀਤਾ ਸੀ। ਸੋ ਮਣੀਪੁਰ ਦੇ ਵਿੱਚ ਬੀਜੇਪੀ ਤੋਂ ਮਿਲੇ ਵੱਡੇ ਝਟਕੇ ਤੋਂ ਬਾਅਦ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸਖਤ ਸ਼ਬਦਾਂ ਦੇ ਵਿੱਚ ਨਾਰਾਜ਼ਗੀ ਜਤਾਈ ਹੈ। ਪਟਨਾ ਦੇ ਵਿੱਚ ਪਾਰਟੀ ਦਫ਼ਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਿਤੀਸ਼ ਨੇ ਆਪਣੇ ਸਾਬਕਾ ਸਹਿਯੋਗੀ ਦੇ ਤੌਰ ਤੇ ਪਾਰਟੀ ਵਿਧਾਇਕਾਂ ਨੂੰ ਲੁਭਾਉਣ ਦੀ ਸੰਵਿਧਾਨਿਕਤਾ ਅਤੇ ਵਾਜਬੀਅਤ ਨੂੰ ਲੈ ਕੇ ਬੀਜੇਪੀ ਤੇ ਸਵਾਲ ਚੁੱਕੇ। ਨਿਤੀਸ਼ ਕੁਮਾਰ ਨੇ ਮਣੀਪੁਰ ਦੇ ਵਿੱਚ ਹੋਈ ਦਲ ਬਦਲੀ ਦੀ ਤੁਲਨਾ ਵਿਧਾਇਕਾਂ ਦੀ ਖਰੀਦੋ ਫਰੋਖਤ ਨਾਲ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ ਐਨਡੀਏ ਦੇ ਵਿੱਚ ਸੀ ਤਾਂ ਉਹਨਾਂ ਨੇ ਸਾਡੇ ਵਿਧਾਇਕਾਂ ਨੂੰ ਕੁਝ ਨਹੀਂ ਦਿੱਤਾ, ਹੁਣ ਉਹਨਾਂ ਨੇ ਉਹਨਾਂ ਦਾ ਦਿਲ ਜਿੱਤ ਲਿਆ। ਯਾਨੀ ਕਿ ਥੋੜੇ ਦਿਨ ਪਹਿਲਾਂ ਹੀ ਇਹਨਾਂ ਨੇ ਆਪਣਾ ਤੋੜ ਵਿਛੋੜਾ ਬੀਜੇਪੀ ਦੇ ਨਾਲੋਂ ਕੀਤਾ ਹੈ। ਨਿਤੀਸ਼ ਕੁਮਾਰ ਕਹਿ ਰਹੇ ਨੇ ਕਿ ਜਦੋਂ ਅਸੀਂ ਇਹਨਾਂ ਦੇ ਨਾਲ ਸੀ ਉਦੋਂ ਤਾਂ ਇਹਨਾਂ ਨੇ ਸਾਡੇ ਵਿਧਾਇਕਾਂ ਨੂੰ ਕੁਝ ਦਿੱਤਾ ਨਹੀਂ ਹੈਗਾ, ਤੇ ਹੁਣ ਕਹਿੰਦੇ ਉਹਨਾਂ ਦਾ ਦਿਲ ਵੀ ਜਿੱਤ ਲਿਆ। ਇਹ ਕਿਵੇਂ ਹੋ ਸਕਦਾ? ਯਾਨੀ ਕਿ ਪੂਰਾ ਖਰੀਦੋ ਫਰੋਖਤ ਦਾ ਇਲਜ਼ਾਮ ਉਹਨਾਂ ਨੇ ਲਾਇਆ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁਜਰਾਤ ਦੇ ਵਿੱਚ ਪਹੁੰਚੇ ਹੋਏ ਨੇ। ਗੁਜਰਾਤ ਦੇ ਲੋਕਾਂ ਨੂੰ ਉਹਨਾਂ ਨੇ ਗਰੰਟੀਆਂ ਦਿੱਤੀਆਂ ਨੇ। ਕਿਸਾਨਾਂ ਦਾ ਕਰਜ਼ਾ ਮਾਫੀ ਦਾ ਜਿਹੜਾ ਐਲਾਨ ਇੱਕ ਦਿਨ ਪਹਿਲਾਂ ਕੀਤਾ ਕਿ ਜੇ ਸਾਡੀ ਸਰਕਾਰ ਇੱਥੇ ਬਣ ਗਈ ਤਾਂ ਅਸੀਂ ਲੋਕਾਂ ਨੂੰ ਅਣਗਿਣਤ ਸਹੂਲਤਾਂ ਦੇਵਾਂਗੇ, ਤੇ ਹੁਣ ਉਹਨਾਂ ਨੇ ਗੁਜਰਾਤ ਦੇ ਵਿੱਚ ਇੱਕ ਨਵਾਂ ਬਿਆਨ ਦਿੱਤਾ ਹੈ। ਬੀਜੇਪੀ ਵਰਕਰਾਂ ਨੂੰ ਕਹਿੰਦੇ ਕਿ ਤੁਸੀਂ ਸੱਤਾਧਾਰੀ ਪਾਰਟੀ ਦੇ ਵਿੱਚ ਹੀ ਰਹੋ, ਪਰ ਆਮ ਆਦਮੀ ਪਾਰਟੀ ਦੇ ਲਈ ਕੰਮ ਕਰੋ। ਗੁਜਰਾਤ ਦੇ 2 ਦਿਨਾਂ ਦੌਰੇ ਦੇ ਆਖਰੀ ਦਿਨ ਰਾਜਕੋਟ ਦੇ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਬੀਜੇਪੀ ਦੇ ਵਰਕਰ ਸੂਬੇ ਦੇ ਵਿੱਚ ਉਹਨਾਂ ਦੀ ਪਾਰਟੀ ਦੇ ਸੱਤਾ ਦੇ ਵਿੱਚ ਆਉਣ ਤੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨਾਲ ਵਾਅਦਾ ਕੀਤੀਆਂ ਸਾਰੀਆਂ ਗਰੰਟੀਆਂ ਦਾ ਲਾਭ ਉਠਾਉਣਗੇ। ਇਸ ਕਰਕੇ ਉਹ ਹੁਣ ਪਾਰਟੀ ਭਾਵੇਂ ਬੀਜੇਪੀ ਹੀ ਰੱਖਣ, ਪਰ ਕੰਮ ਸਾਡੇ ਲਈ ਕਰਨ। किसानों की गारंटी पे पहली गारंटी, अगर कोई किसान एमएसपी पे अपनी फसल बेचना चाहता है, सरकार उसकी फसल खरीद करेगी, सरकार को बेच सकता है। 5 फसलों से शुरू करेंगे, उसके बाद धीरे धीरे हर साल उसको बढ़ाते जाएंगे। दूसरी गारंटी, आज किसानों को रात को बिजली आती है, 2 बजे बिजली आती है, 3 बजे बिजली आती है। पाटिल साहब को 24 घंटे बिजली मिलती है, सीएम साहब को 24 घंटे बिजली मिलती है, किसानों को रात को 2 बजे मिलती है। ये तो नाइंसाफी है। अब किसानों को दिन में बिजली देंगे, 12 घंटे बिजली देंगे अपनी खेती करने के लिए। ਤੇ ਉਸੇ ਤਰ੍ਹਾਂ ਹੀ ਹੈ ਜਦੋਂ ਪੰਜਾਬ ਚੋਣਾਂ ਦੇ ਵੇਲੇ ਆਮ ਆਦਮੀ ਪਾਰਟੀ ਦੇ ਲੀਡਰ ਸ਼ਰੇਆਮ ਕਹਿੰਦੇ ਹੁੰਦੇ ਸੀ ਕਿ ਤੁਸੀਂ ਜਿਹੜਾ ਹੈਗਾ ਉਹਨਾਂ ਨੂੰ ਕਹਿ ਦਿਆ ਕਰੋ, ਕਾਂਗਰਸੀਆਂ ਨੂੰ, ਅਕਾਲੀਆਂ ਨੂੰ, ਕਿ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਪਰ ਵੋਟਾਂ ਤੁਸੀਂ ਸਾਨੂੰ ਪਾ ਦਿਆ ਕਰੋ। ਪੈਸੇ ਉਹਨਾਂ ਤੋਂ ਲੈਂਦੇ ਰਹੋ, ਪੈਸੇ ਦਿੰਦੇ ਨੇ, ਵੋਟਾਂ ਖਰੀਦਦੇ ਨੇ, ਤੁਸੀਂ ਪੈਸੇ ਉਹਨਾਂ ਤੋਂ ਲੈ ਲਓ, ਵੋਟਾਂ ਸਾਨੂੰ ਪਾ ਦਿਓ। ਇਸ ਤਰ੍ਹਾਂ ਦੇ ਬਿਆਨ ਦਿੰਦੇ ਹੁੰਦੇ ਸੀ। ਮਹਿੰਗਾਈ, ਬੇਰੁਜ਼ਗਾਰੀ ਅਤੇ ਜੀਐਸਟੀ ਦੇ ਵਿੱਚ ਵਾਧੇ ਦੇ ਖਿਲਾਫ ਬੀਜੇਪੀ ਦੀ ਅਗਵਾਈ ਵਾਲੀ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਾਂਗਰਸ ਐਤਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਦੇ ਵਿੱਚ ਰੈਲੀ ਕਰੇਗੀ। ਕਾਂਗਰਸ ਦੇ ਲੀਡਰ ਰਾਹੁਲ ਗਾਂਧੀ ਅਤੇ ਪਾਰਟੀ ਦੇ ਕਈ ਹੋਰ
ਲੀਡਰ ਮਹਿੰਗਾਈ ਤੇ ਹੱਲਾ ਬੋਲ ਰੈਲੀ ਨੂੰ ਸੰਬੋਧਨ ਕਰਨਗੇ। ਇਸ ਰੈਲੀ ਵਿੱਚ ਦਿੱਲੀ, ਹਰਿਆਣਾ, यूपी ਤੋਂ ਇਲਾਵਾ ਪੰਜਾਬ ਦੇ ਵਰਕਰ ਵੀ ਸ਼ਾਮਿਲ ਹੋਣਗੇ ਤੇ ਇਹ ਰੈਲੀ 7 ਸਤੰਬਰ ਤੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਵਿਰੋਧੀ ਪਾਰਟੀ ਦੀ 3500 ਕਿਲੋਮੀਟਰ ਦੀ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਕੀਤੀ ਜਾ ਰਹੀ ਹੈ। ਦਿੱਲੀ ਤੋਂ ਖਬਰ ਹੈ, ਜਿੱਥੇ ਮਹਾ ਠੱਗ ਸੁਕੇਸ਼ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਆਰਥਿਕ ਅਪਰਾਧ ਸ਼ਾਖਾ ਨੇ ਨੂਰਾ ਫਤੇਹੀ ਤੋਂ ਘੰਟਿਆਂ ਬੱਧੀ ਪੁੱਛ ਪੜਤਾਲ ਕੀਤੀ। ਨੂਰਾ ਫਤੇਹੀ ਤੋਂ 6 ਘੰਟੇ ਤੱਕ ਪੁੱਛਗਿੱਛ ਦੀ ਜਾਣਕਾਰੀ ਮਿਲੀ ਹੈ। ਇਸ ਪੁੱਛਗਿੱਛ ਦੇ ਵਿੱਚ ਉਸ ਨੂੰ ਮਿਲੇ ਮਹਿੰਗੇ ਤੋਹਫਿਆਂ ਤੇ ਮਨੀ ਲਾਂਡਰਿੰਗ ਬਾਰੇ ਸਵਾਲ ਪੁੱਛੇ ਗਏ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਮਹਾ ਠੱਗ ਸੁਕੇਸ਼ ਚੰਦਰ ਸ਼ੇਖਰ ਦੇ ਵੱਲੋਂ ਜਬਰਨ ਵਸੂਲੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰਾ ਫਤੇਹੀ ਤੋਂ ਪੁੱਛ ਪੜਤਾਲ ਕੀਤੀ ਹੈ। ਇਸ ਨੂੰ ਪਿਛਲੇ ਹਫ਼ਤੇ ਤਲਬ ਕੀਤਾ ਗਿਆ ਸੀ। ਨੂਰਾ ਫਤੇਹੀ ਤੋਂ ਪੁੱਛਗਿੱਛ ਦੌਰਾਨ ਸੁਕੇਸ਼ ਅਤੇ ਉਸ ਦੇ ਵੱਲੋਂ ਦਿੱਤੇ ਤੋਹਫਿਆਂ ਨੂੰ ਲੈ ਕੇ ਕਰੀਬ 50 ਸਵਾਲ ਪੁੱਛੇ ਗਏ। ਰਾਤ 8 ਵਜੇ ਤੱਕ ਉਸ ਤੋਂ ਪੁੱਛ ਪੜਤਾਲ ਹੋਈ। ਸੁਕੇਸ਼ ਚੰਦਰ ਸ਼ੇਖਰ 200 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਦੋਸ਼ੀ ਹੈ। ਉਸ ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਇਹ ਵੀ ਦੋਸ਼ ਹੈ ਕਿ ਉਸਨੇ ਨੂਰਾ ਫਤੇਹੀ ਅਤੇ ਜੈਕਲਿਨ ਫਰਨਾਂਡਿਸ ਨੂੰ ਮਹਿੰਗੇ ਤੋਹਫੇ ਦਿੱਤੇ। ਦਹਾਕਿਆਂ ਤੱਕ ਟੈਨਿਸ ਕੋਰਟ ਦੇ ਵਿੱਚ ਆਪਣਾ ਦਬਦਬਾ ਕਾਇਮ ਕਰਨ ਵਾਲੀ ਸੇਰੇਨਾ ਵਿਲੀਅਮਸ ਨੇ ਟੈਨਿਸ ਤੋਂ ਅਲਵਿਦਾ ਲੈ ਲਈ ਹੈ। ਟੈਨਿਸ ਨੂੰ ਸੰਨਿਆਸ ਕਹਿ ਦਿੱਤਾ ਹੈ ਤੇ 2 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਟੈਨਿਸ ਕੋਰਟ ਤੇ ਕਈ ਰਿਕਾਰਡ ਆਪਣੇ ਨਾਮ ਕਾਇਮ ਕਰਨ ਵਾਲੀ 41 ਸਾਲਾ ਸੇਰੇਨਾ ਵਿਲੀਅਮਸ US ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਦੌਰ ਵਿੱਚ ਹੀ ਹਾਰ ਗਈ ਤੇ ਉਹਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਸੀ ਕਿ US ਓਪਨ ਉਸਦਾ ਆਖਰੀ ਟੂਰਨਾਮੈਂਟ ਹੋਊਗਾ ਤੇ ਆਖਰੀ ਮੈਚ ਦੇ ਵਿੱਚ ਸੇਰੇਨਾ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਦੇਖੇ ਜਾ ਸਕਦੇ ਸਨ। ਸੇਰੇਨਾ ਨੇ ਕਿਹਾ ਗੁੱਡ ਬਾਏ, ਕਹਿੰਦੀ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਅੱਗੇ ਵਧਣ ਦੇ ਲਈ ਪ੍ਰੇਰਿਤ ਕੀਤਾ। ਲੋਕਾਂ ਨੇ ਵੀ ਤਹਿ ਦਿਲ ਤੋਂ ਸੇਰੇਨਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਦੀ ਵਿਦਾਇਗੀ ਨੂੰ ਕਬੂਲ ਕੀਤਾ। ਸ਼੍ਰੀਲੰਕਾ ਤੋਂ ਖਬਰ ਹੈ, ਜਿੱਥੇ ਸਾਬਕਾ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਮੁੜ ਮੁਲਕ ਪਰਤ ਆਏ ਨੇ। ਸ਼ੁੱਕਰਵਾਰ ਨੂੰ ਥਾਈਲੈਂਡ ਤੋਂ ਕੋਲੰਬੋ ਪਰਤੇ ਅਤੇ ਭੰਡਰਾ ਨਾਇਕੇ ਹਵਾਈ ਅੱਡੇ ਤੇ ਉਹਨਾਂ ਦਾ ਸਵਾਗਤ ਵੀ ਕੀਤਾ ਗਿਆ। ਦੇਸ਼ ਦੇ ਵਿੱਚ ਵੱਡੇ ਆਰਥਿਕ ਸੰਕਟ ਕਾਰਨ ਅਸਤੀਫੇ ਦੀ ਮੰਗ ਨੂੰ ਲੈ ਕੇ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਰਾਜਪਕਸ਼ੇ ਵਿਦੇਸ਼ ਭੱਜ ਗਏ ਸਨ। 51 ਦਿਨਾਂ ਤੋਂ ਦੇਸ਼ ਤੋਂ ਬਾਹਰ ਸਨ। ਰਾਜਪਕਸ਼ੇ ਸਖਤ ਸੁਰੱਖਿਆ ਵਿਚਾਲੇ ਬੈਂਕਾਕ ਤੋਂ ਸਿੰਗਾਪੁਰ ਦੇ ਰਸਤੇ ਕੋਲੰਬੋ ਪਹੁੰਚੇ। ਲੰਘੀ ਰਾਤ 11:30 ਵਜੇ ਸਿੰਗਾਪੁਰ 에ਅਰਲਾਈਨਸ ਦੇ ਰਾਹੀਂ ਉਹ ਮੁਲਕ ਦਾਖਲ ਹੋਏ ਨੇ। ਇਸ ਦੌਰਾਨ ਸਰਕਾਰ ਨੇ ਉਹਨਾਂ ਨੂੰ ਵਿਸ਼ੇਸ਼ ਸੁਰੱਖਿਆ ਅਤੇ ਸਰਕਾਰੀ ਬੰਗਲਾ ਦੇ ਦਿੱਤਾ ਹੈ। ਤਾਇਵਾਨ ਤੇ ਚੀਨ ਦੇ ਵਿਚਾਲੇ ਵੱਧਦੇ ਤਣਾਅ ਦੇ ਦਰਮਿਆਨ ਅਮਰੀਕਾ ਸ਼ਾਇਦ ਫਾਇਦਾ ਚੁੱਕ ਰਿਹਾ, ਜਾਂ ਕਹਿ ਸਕਦੇ ਹਾਂ ਕਿ ਦੋ ਮੁਲਕਾਂ ਦੇ ਵਿਚਾਲੇ ਜੋ ਲੜਾਈ ਹੈ ਉਸ ਦੇ ਵਿੱਚ ਤੀਸਰੇ ਦੀ ਚਾਂਦੀ ਹੋ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਨੇ ਚੀਨ ਦੇ ਨਾਲ ਤਣਾਅ ਵਧਣ ਤੋਂ ਬਾਅਦ ਤਾਇਵਾਨ ਨੂੰ $1 ਅਰਬ ਤੋਂ ਵੱਧ ਦੇ ਹਥਿਆਰ ਵੇਚਣ ਦਾ ਐਲਾਨ ਕੀਤਾ ਹੈ। ਅਮਰੀਕਾ ਦੇ ਵਿੱਚ ਇਸ ਮੁੱਦੇ ਤੇ ਸਹਿਮਤੀ ਬਣ ਗਈ ਹੈ। ਵਿਦੇਸ਼ ਵਿਭਾਗ ਨੇ ਦੱਸਿਆ ਕਿ $1 ਅਰਬ ਤੋਂ ਵੱਧ ਦੇ ਸੌਦੇ ਦੇ ਵਿੱਚ ਹਾਰਪੂਨ ਹਵਾ ਤੋਂ ਜਲ ਅਤੇ ਹਵਾ ਤੋਂ ਹਵਾ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵੀ ਸ਼ਾਮਿਲ ਨੇ। ਵਿਦੇਸ਼ ਵਿਭਾਗ ਨੇ ਕਿਹਾ ਕਿ ਤਾਇਵਾਨ ਦੇ ਲਈ ਢੁਕਵੀਂ ਸਵੈ ਰੱਖਿਆ ਸਮਰੱਥਾ ਰੱਖਣ ਲਈ ਹਥਿਆਰਾਂ ਅਤੇ ਮਿਜ਼ਾਈਲਾਂ ਦੀ ਲੋੜ ਹੈ ਅਤੇ ਅਮਰੀਕਾ ਦੇ ਇਸ ਐਲਾਨ ਤੋਂ ਬਾਅਦ, ਇਸ ਫੈਸਲੇ ਤੋਂ ਬਾਅਦ ਚੀਨ ਨਾਰਾਜ਼ ਹੋ ਗਿਆ ਹੈ। ਚੀਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਅਮਰੀਕਾ ਤੇ ਤਾਇਵਾਨ ਦੇ ਵਿਚਾਲੇ ਹਥਿਆਰਾਂ ਦੀ ਵਿਕਰੀ ਦਾ ਸੌਦਾ ਅੱਗੇ ਵਧਦਾ ਹੈ ਤਾਂ ਅਸੀਂ ਇਸ ਦਾ ਮੂੰਹ ਤੋੜ ਜਵਾਬ ਦੇਵਾਂਗੇ। ਕਾਰਵਾਈ ਦੀ ਚੇਤਾਵਨੀ ਹੈ ਜਿਹੜੀ ਉਹ ਦਿੱਤੀ ਹੈ। ਜਵਾਬੀ ਕਾਰਵਾਈ ਦੀ ਧਮਕੀ ਚੀਨ ਨੇ ਦੋਵਾਂ ਮੁਲਕਾਂ ਨੂੰ, ਅਮਰੀਕਾ ਤੇ ਤਾਇਵਾਨ ਨੂੰ ਦੇ ਦਿੱਤੀ ਹੈ। ਐਮਰਜੈਂਸੀ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਜ਼ਰੂਰ ਕਰਦੇ ਰਿਹਾ ਕਰੋ। ਸਵੇਰ ਦੀਆਂ ਖਬਰਾਂ 'ਚ ਫੇਰ ਮਿਲਾਂਗੇ। ਧੰਨਵਾਦ।